दोहरा मर्दाना पुन बच कहै चलिए अब है सुमेरा। सब सिद्धन को देखिए क्यों कीनी प्रभ देरा। वाहिगुरु जी का खालसा वाहिगुरु जी की फतेह। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਪ੍ਰਸੰਗ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਜਿਸ ਪ੍ਰਕਾਰ ਸਿੱਧਾਂ ਦੇ ਨਾਲ ਕਾਫੀ ਵਿਚਾਰ ਵਟਾਂਦਰਾ ਹੋ ਰਿਹਾ ਹੈ ਔਰ ਸਤਿਗੁਰੂ ਜੀ ਸਿੱਧਾਂ ਨੂੰ ਸਿੱਧੇ ਰਸਤੇ ਪਾ ਰਹੇ ਨੇ, ਕਿਉਂਕਿ ਇਹਨਾਂ ਦੇ ਮਨਾਂ ਅੰਦਰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਕੇ ਹੰਕਾਰ ਹੋ ਗਿਆ ਤੇ ਹੰਕਾਰ ਪਰਮੇਸ਼ਰ ਨੂੰ ਭਾਉਂਦਾ ਨਹੀਂ। ਸੋ ਪਰਮੇਸ਼ਰ ਜੀ ਨੇ ਇਹਨਾਂ ਦਾ ਹੰਕਾਰ ਦੂਰ ਕਰਨਾ ਹੈ। ਆਓ ਹੁਣ ਕਰਦੇ ਹਾਂ ਅੱਗੇ ਪ੍ਰਸੰਗ। ਜਿਸ ਪ੍ਰਕਾਰ ਚਰਚਾ ਹੋਈ ਹੈ ਮੰਗਲਨਾਥ ਦੇ ਨਾਲ, ਸੋ ਸਤਿਗੁਰੂ ਮਹਾਰਾਜ ਨੇ, ਕਿਉਂਕਿ ਮੰਗਲਨਾਥ ਬ੍ਰਹਮ ਗਿਆਨੀ ਸੀ, ਉਹਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਓ ਦਰਸ਼ਨ ਦਿਓ, ਸਿੱਧਾਂ ਨੂੰ ਕਿਰਤਾਰਥ ਕਰੋ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਤੁਸੀਂ ਚੱਲੋ, ਅਸੀਂ ਆ ਰਹੇ ਹਾਂ। ਭਾਈ ਮਰਦਾਨਾ ਵੀ ਬਾਰ-ਬਾਰ ਬੇਨਤੀ ਕਰਦਾ ਹੈ, ਮਹਾਰਾਜ ਆਪਾਂ ਨੂੰ ਚੱਲਣਾ ਚਾਹੀਦਾ, ਇੱਕਦਮ ਸਿੱਧੇ ਹੀ ਸੁਮੇਰ ਪਰਬਤ ਤੇ ਚਲੇ ਜਾਈਏ ਜੇ। ਸਤਿਗੁਰੂ ਕਹਿਣ ਲੱਗੇ ਨਹੀਂ, ਥੋੜ੍ਹੇ ਜਿਹੇ ਸਿੱਧ ਰਹਿੰਦੇ ਨੇ ਹਲੇ, ਕਿਉਂਕਿ ਉਹਨਾਂ ਦੇ ਮਨਾਂ ਦੇ ਅੰਦਰ ਜਿਹੜੀ ਹਉਮੈ ਉਹਦੀ ਪਹਿਲਾਂ ਆਪਾਂ ਨਿਵਰਤੀ ਕਰ ਹੀ ਲਈਏ, ਫੇਰ ਹੀ ਅੱਗੇ ਜਾਵਾਂਗੇ। ਆਓ ਸ਼ਰਵਣ ਕਰਦੇ ਹਾਂ ਜਿਸ ਪ੍ਰਕਾਰ ਅੱਗੇ ਪ੍ਰਸੰਗ ਆਵੇਗਾ। ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਦੇ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਰਦਾਨਾ ਪੁਨ ਬਚ ਕਹਿ ਚਲਿਏ ਅਬ ਹੈ ਸੁਮੇਰਾ। ਭਾਈ ਮਰਦਾਨਾ ਜੀ ਫੇਰ ਬਚਨ ਕਹਿਣ ਲੱਗੇ ਹਨ, ਮਹਾਰਾਜ ਆਓ ਆਪਾਂ ਹੁਣ ਸੁਮੇਰ ਪਰਬਤ ਤੇ ਚੱਲੀਏ ਜੀ। ਸਭ ਸਿੱਧਨ ਕੋ ਦੇਖੀਏ ਕਿਉ ਕੀਨੀ ਪ੍ਰਭ ਦੇਰ। ਚਲੋ ਮਹਾਰਾਜ ਜੀ ਸਾਰੇ ਸਿੱਧਾਂ ਨੂੰ ਜਾ ਕੇ ਦੇਖੀਏ, ਦੇਰ ਕਾਹਨੂੰ ਲਾਈ ਹੈ। ਸੋਰਠਾ ਬੋਲੇ ਬਹੁਰ ਕਿਰਪਾਲ ਏਕ ਸਿਧ ਆਵਨ ਰਹਿਓ। ਫੇਰ ਕਿਰਪਾਲੂ ਸਤਿਗੁਰੂ ਮਹਾਰਾਜ ਬੋਲੇ, ਇੱਕ ਸਿੱਧ ਆਉਣਾ ਹਲੇ ਬਾਕੀ ਹੈ ਹੋਰ। ਜਿਹ ਮਨ ਮਾਨ ਵਿਸਾਲ ਸੰਭਨਾਥ ਤਿਹ ਨਾਮ ਹੈ। ਮਹਾਰਾਜ ਕਹਿੰਦੇ ਇੱਕ ਸੰਭਨਾਥ ਕਰਕੇ ਸਿੱਧ ਹੈ, ਉਹਦੇ ਮਨ 'ਚ ਬਹੁਤਾ ਹੀ ਹੰਕਾਰ ਚੜਿਆ ਹੋਇਆ, ਉਹਨੂੰ ਇੱਕ ਵਾਰੀ ਸਾਡੇ ਕੋਲ ਆ ਲੈਣ ਦੇ। ਅੜਲ ਸੁਨ ਮਰਦਾਨੇ ਸੋਨ ਸੋ ਵੈਨ ਵਖਾਨ ਹੈ। ਸੋ ਉਸ ਵਕਤ ਸੁਣ ਭਾਈ ਮਰਦਾਨਾ, ਤੈਨੂੰ ਬਚਨ ਦੱਸਦਿਆਂ ਕੰਨ ਦੇ ਕੇ ਸੁਣ। ਮੰਗਲ ਤੇ ਸੇ ਸੋ ਵਿਸਾਲ ਕਿਦੋਂ ਸਮਾਨ ਹੈ। ਮੰਗਲਨਾਥ ਜੋ ਆਇਆ ਸੀ ਆਪਣੇ ਕੋਲੇ, ਇਹਦੇ ਨਾਲੋਂ ਵੀ ਵੱਡੇ ਸਿੱਧ ਬੈਠੇ ਨੇ, ਜਾਂ ਕਈ ਇਹਦੇ ਬਰਾਬਰ ਹਨ। ਅਬ ਹੈ ਉਡੀਕਤ ਜਾਏ ਕਹਾਂ ਤੇ ਗਾਥ ਜੋ। ਸੋ ਇਹ ਜਿਹੜੀ ਗੱਲ ਹੈ ਕਿ ਉਹ ਜਿਹਨੂੰ ਆਪਾਂ ਉਡੀਕਦੇ ਹਾਂ ਉਹਦੀ ਫਿਰ ਜਿਹੜੀ ਗਾਥਾ ਹੈ। ਹੋ ਬੋਲੇ ਉੱਤਰ ਦੇਨ ਜਗਤ ਕੇ ਨਾਥ ਜੋ। ਜਗਤ ਦੇ ਨਾਥ ਬੋਲੇ ਉਹਦਾ ਉੱਤਰ ਦੇਣ ਵਾਸਤੇ। ਸਵਈਆ ਗੋਰਖਨਾਥ ਤੇ ਆਦ ਜੇ ਸਿੱਧ ਹੈ। ਮੰਗਲਨਾਥ ਸਵੈ ਤੇ ਮਹਾਨਾ। ਗੋਰਖਨਾਥ ਆਦਿਕ ਜਿਹੜੇ ਸਿੱਧ ਨੇ ਸਾਰੇ, ਸਤਿਗੁਰੂ ਜੀ ਦੱਸਦੇ ਨੇ ਭਾਈ ਮਰਦਾਨਾ,
ਇਹਨਾਂ ਵਿੱਚੋਂ ਮੰਗਲਨਾਥ ਬਹੁਤ ਵੱਡਾ, ਕਿਉਂਕਿ ਇਹਦੀ ਅਵਸਥਾ ਬੜੀ ਉੱਚੀ ਹੈ। ਉਹ ਪਰਮ ਆਤਮਾ ਤੱਕ ਪਹੁੰਚ ਚੁੱਕਿਆ ਹੈ। ਏਖਤ ਰਹਿ ਤਨ ਸਿੱਧਨ ਕੋ ਤਿਨ ਕੇ ਤਿਨ ਤੇ ਇਹ ਕੋ ਪਦ ਊਚ ਸੁਜਾਨਾ। ਕਿਉਂਕਿ ਇਹ ਜਿਹੜਾ ਸਿਆਣਾ ਬੜਾ, ਇਹਦੀ ਜਿਹੜੀ ਪਦਵੀ ਹੈ ਉਹ ਦੂਜਿਆਂ ਸਿੱਧਾਂ ਨਾਲੋਂ ਉੱਚੀ ਹੈ। ਜੇ ਮਨ ਵੀਚ ਵਿਕਾਰ ਅਜੈ ਸਭ ਜੀਤ ਪਲੇ ਤਿਨ ਖੋਜ ਮਿਟਾਨਾ। ਜਿਹੜੇ ਮਨ ਦੇ ਅੰਦਰ ਵਿਕਾਰ ਨੇ, ਅਜੈ ਹੁੰਦੀ ਅਜਿੱਤ, ਜਿਹੜੇ ਨਾ ਜਿੱਤੇ ਜਾਣ, ਇਹ ਮੰਗਲਨਾਥ ਨੇ ਲਗਭਗ ਆਪਣੇ ਸਾਰੇ ਵਿਕਾਰ ਜਿੱਤ ਲਏ ਨੇ। ਇਹ ਪੰਜਾਂ ਵਿਕਾਰਾਂ ਤੋਂ ਰਹਿਤ ਹੈ। ਪੂਰਨ ਸੰਤਨ ਸਾਈ ਕੈ ਆਪ ਕੋ ਮਾਨ ਵਿਹੀਨ ਭਇਓ ਸੁਖ ਮਾਨਾ। ਇਹ ਪੂਰਨ ਸੰਤ ਹੈ ਜਿਹੜਾ, ਔਰ ਇਹਨੇ ਆਪਣੇ ਅੰਦਰੋਂ ਜਿਹੜੇ ਸੀਗੇ ਆਪਾ ਭਾਵ ਸੀ, ਹੰਕਾਰ ਸੀ, ਇਹਨੂੰ ਨਿਵਰਤ ਕੀਤਾ ਹੈ। ਔਰ ਇਸ ਤਰ੍ਹਾਂ ਭਇਓ ਸੁਖ ਮਾਨਾ, ਮਾਣ ਤੋਂ ਰਹਿਤ ਹੋ ਕੇ ਆਤਮਕ ਆਨੰਦ ਨੂੰ ਇਹਨੇ ਮਾਨਣਾ ਕੀਤਾ ਹੈ। ਮਰ ਹਰੀ ਛੰਦ ਬੂਝੈ ਮਰਦਾਨਾ ਊਚ ਬਖਾਨਾ ਕਿਉ ਗੋਰਖ ਗੁਰ ਕੀਨ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਜੇ ਮੰਗਲਨਾਥ ਨੂੰ ਬ੍ਰਹਮ ਗਿਆਨ ਹੈ, ਇਹਨੇ ਵਿਕਾਰ ਜਿੱਤ ਲਏ ਨੇ, ਫਿਰ ਇਹਨੇ ਗੋਰਖ ਨੂੰ ਕਿਉਂ ਗੁਰੂ ਬਣਾਇਆ ਆਪਣਾ। ਜੋ ਨਿਜ ਤੇ ਲੁਗ ਕਸ ਭਾ ਤਿਹ ਸਿੱਖ ਕਸ ਵੇਖ ਸਿੱਧ ਕੋ ਲੀਨ। ਜਿਹੜਾ ਇਹਦੇ ਨਾਲੋਂ ਛੋਟਾ ਹੈ, ਫਿਰ ਆਪ ਇਹ ਵੱਡਾ ਹੈ, ਇਹਨੇ ਫਿਰ ਸਿੱਧ ਵਾਲਾ ਬੇਸ ਕਿਉਂ ਧਾਰਿਆ ਹੈ, ਉਹਨੂੰ ਕਿਉਂ ਗੁਰੂ ਬਣਾਇਆ ਹੈ। ਹੁਣ ਕਿਉਂਕਿ ਭਾਈ ਮਰਦਾਨਾ ਜੀ ਪੂਰਨ ਪੁਰਖ ਨੇ, ਇਸ ਵਕਤ ਬ੍ਰਹਮ ਗਿਆਨ ਹੋ ਚੁੱਕਿਆ, ਉਹਨਾਂ ਨੂੰ ਵੀ ਤਾਂ ਉਹ ਪੁੱਛਦੇ ਹਨ। ਸ੍ਰੀ ਗੁਰ ਕਹਿ ਬਾਕਾ ਮਿਲਿਓ ਜੋ ਪ੍ਰਿਆਕਾ ਗੋਰਖ ਏਕੋ ਆਏ। ਮਹਾਰਾਜ ਨੇ ਵਾਕ ਕੀਤਾ। ਅਸਲ ਵਿੱਚ ਭਾਈ ਮਰਦਾਨਾ ਜਦੋਂ ਮੰਗਲਨਾਥ ਪਹਿਲਾਂ ਗੋਰਖ ਨੂੰ ਮਿਲਿਆ ਹੈ, ਉਦੋਂ ਤਾਂ ਗੋਰਖ ਗੁਰੂ ਸੀ ਨਾ ਇਹਦਾ। ਬ੍ਰਹਮ ਗਿਆਨ ਤਾਂ ਇਹਨੂੰ ਬਾਅਦ ਚ ਹੋਇਆ ਅਭਿਆਸ ਕਰਕੇ। ਇਸ ਕਰਕੇ ਇਹ ਵੱਖਰੀ ਗੱਲ ਹੈ ਵੀ ਚੇਲਾ ਗੁਰੂ ਨਾਲੋਂ ਵੀ ਅੱਗੇ ਲੰਘ ਜਾਵੇ। ਇਹਨੂੰ ਬ੍ਰਹਮ ਗਿਆਨ ਜੋ ਹੋਇਆ ਹੈ। ਗੁਰ ਜਾਂਤੇ ਕੀਨੋ ਵੇਖਹਿ ਲੀਨੋ ਪਦ ਉੱਚੋ ਇਹ ਪਾਏ। ਸੋ ਇਸ ਕਰਕੇ ਇਹਨੇ ਪਹਿਲਾਂ ਇਹਨੂੰ ਇਹੀ ਮਿਲਿਆ ਸੀ ਵੱਡਾ, ਤਾਂ ਤੇ ਇਹਨੇ ਗੋਰਖ ਨੂੰ ਹੀ ਗੁਰੂ ਬਣਾ ਲਿਆ ਆਪਣਾ। ਔਰ ਗੁਰੂ ਦੀ ਗੱਲ ਨਹੀਂ ਹੁੰਦੀ, ਗੱਲ ਹੁੰਦੀ ਆਪਣੀ। ਸੋ ਜਿਵੇਂ ਧੰਨੇ ਨੇ ਗੁਰੂ ਬਣਾਇਆ ਤਰਲੋਚਨ ਨੂੰ, ਉਹਨੇ ਠੱਗੀ ਮਾਰ ਲਈ ਪੱਥਰ ਦੇ ਕੇ, ਧੰਨੇ ਨੂੰ ਪ੍ਰਾਪਤੀ ਹੋ ਗਈ। ਹੁਣ ਧੰਨਾ ਜੱਟ ਭਗਤੀ ਵਿੱਚ ਲੀਨ, ਕਿਰਪਾ ਹੋ ਗਈ ਜਦੋਂ। ਹੁਣ ਜੇ ਕਹੀਏ ਕਿ ਉਹ ਤਰਲੋਚਨ ਬ੍ਰਾਹਮਣ ਦਾ ਬੰਦਾ ਹੀ ਗਲਤ ਸੀ, ਕਿਸੇ ਪ੍ਰਕਾਰ ਠੱਗੀ ਠੋਰੀ ਵਾਲਾ ਸੀ, ਉਹਨੇ ਤਾਂ ਇਹਨੂੰ ਪੱਥਰ ਜਿਹਾ ਹੀ ਦੇਤਾ ਸੀ, ਇਹ ਨਹੀਂ ਗੱਲ ਹੈ। ਗੁਰੂ ਧਾਰੇ ਬਿਨਾਂ ਬੰਦੇ ਨੂੰ ਕੁਝ ਮਿਲਦਾ ਨਹੀਂ। ਇਸ ਕਰਕੇ ਉਹਨੂੰ ਜਦੋਂ ਪ੍ਰਾਪਤੀ ਹੋ ਗਈ, ਤਰਲੋਚਨ ਬ੍ਰਾਹਮਣ ਨੇ ਫਿਰ ਧੰਨੇ ਦੇ ਚਰਨ ਫੜ ਲਏ। ਧੰਨਿਆ, ਗਿਆਨ ਤਾਂ ਮੈਨੂੰ ਸਾਰਾ ਹੀ ਸੀ, ਵਿਦਵਤਾ ਮੇਰੇ ਕੋਲ ਬਹੁਤ ਹੈ, ਪਰ ਮੇਰੀ ਸ਼ਰਧਾ ਨਹੀਂ ਬਣੀ। ਮੈਂ ਸਿਰਫ ਪੈਸੇ ਕਮਾਉਣ ਲਈ ਇਹ ਚੀਜ਼ਾਂ ਸਿੱਖਿਆ ਸੀ। ਧੰਨਾ, ਹੁਣ ਮੇਰੇ ਤੇ ਕਿਰਪਾ ਕਰਦੇ, ਦੇਖ ਮੈਂ ਤੇਰਾ ਭਾਵੇਂ ਠੀਕ ਹੈ, ਤੂੰ ਗੁਰੂ ਮੰਨ, ਉਸਤਾਦ ਮੰਨ, ਪਰ ਮੈਨੂੰ ਤਾਂ ਕੋਈ ਪ੍ਰਾਪਤੀ ਨਹੀਂ ਹੋਈ ਨਾ। ਇਸ ਕਰਕੇ ਤੂੰ ਮੈਨੂੰ ਰੱਬ ਦੀ ਪ੍ਰਾਪਤੀ ਕਰਵਾ ਦੇ। ਧੰਨੇ ਨੇ ਪਰਮੇਸ਼ਰ ਨੂੰ ਕਿਹਾ, ਮਹਾਰਾਜ ਇਹਨੂੰ ਦਰਸ਼ਨ ਦੇ ਦਿਓ। ਕਹਿੰਦਾ ਠੱਗ ਆਦਮੀ ਹੈ। 2 ਵਾਰੀ ਬਚਨ ਹੋਇਆ, ਤੀਜੀ ਵਾਰੀ ਕਹਿਣ ਲੱਗੇ, ਧੰਨਾ ਜੀ ਮਹਾਰਾਜ ਚਲੋ ਮੇਰੇ ਕਰਕੇ ਦੇ ਦਿਓ। ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ, ਚੰਗਾ ਵੀ ਧੰਨਿਆ, ਜੇ ਤੂੰ ਕਿਹਾ ਫਿਰ ਦਰਸ਼ਨ ਦੇ ਦਿੰਦੇ ਆ। ਇਸ ਕਰਕੇ ਗੁਰੂ ਧਾਰਨਾ ਜ਼ਰੂਰੀ ਹੈ। ਗੁਰੂ ਦੀ ਅਵਸਥਾ ਕਿੰਨੀ ਹੈ ਇਹ ਗੱਲ ਨਹੀਂ। ਉਦੋਂ ਗੁਰੂ ਜਿੰਨਾ ਸੀ ਉਹਨਾਂ ਉਹਨੇ ਧਾਰਿਆ। ਹੁਣ ਗੋਰਖ ਨਾਲੋਂ ਉਦੋਂ ਵੱਡਾ ਵੀ ਨਹੀਂ ਸੀ ਕੋਈ।
ਹੁਣ ਅਸੀਂ ਇਸ ਕਰਕੇ ਇੱਥੇ ਆਏ ਹਾਂ, ਜਿਹੜੀਆਂ ਕਮੀਆਂ ਰਹਿ ਗਈਆਂ ਨੇ, ਅਧੂਰਾਪਣ ਹੈ, ਇਹਨਾਂ ਨੇ ਸਮਾਧੀਆਂ ਲਾਈਆਂ ਨੇ, ਜਾਪ ਵੀ ਕੀਤਾ ਓਮ ਦਾ, ਪਰਮੇਸ਼ਰ ਦਾ ਹੀ ਜਾਪ ਹੈ ਨਾ, ਪਰ ਇਹ ਉੱਥੇ ਤੱਕ ਨਹੀਂ ਜਾ ਸਕੇ ਜਿੱਥੇ ਅਸੀਂ ਲਿਜਾਣਾ ਚਾਹੁੰਦੇ ਸੀ। ਸ਼ੁੱਧ ਹਿਰਦਾ ਨਹੀਂ ਕਰ ਸਕੇ, ਕਿਉਂਕਿ ਰਿੱਧੀਆਂ ਸਿੱਧੀਆਂ ਤੇ ਵਿਕਾਰ ਬੰਦੇ ਦਾ ਹਿਰਦਾ ਸ਼ੁੱਧ ਨਹੀਂ ਹੋਣ ਦਿੰਦੀਆਂ। ਤਾਂ ਤੇ ਗੁਰੂ ਧਾਰ ਲਿਆ ਔਰ ਮਿਹਨਤ ਤਕੜੀ ਕਰਕੇ ਇਹ ਵਿਕਾਰਾਂ ਤੋਂ ਰਹਿਤ ਹੋ ਗਿਆ ਹੈ। ਕਵਿਤਾ ਐਸੇ ਇਤ ਨਾਨਕ ਜੀ ਬਚਨ ਉਚਾਰਿਓ ਤ ਗੋਰਖ ਬੁਲਾਏ ਸ਼ੰਭੂਨਾਥ ਕੋ ਪਠਾਇਓ ਹੈ। ਐਸੇ ਬਚਨ ਭਾਈ ਮਰਦਾਨਾ ਜੀ ਨੂੰ ਮਹਾਰਾਜ ਇੱਧਰ ਸੁਣਾ ਰਹੇ ਨੇ। ਉਧਰੋਂ ਗੋਰਖ ਨੇ ਸ਼ੰਭੂਨਾਥ ਨੂੰ ਬੁਲਾ ਕੇ ਕਿਹਾ, ਜਾ ਬਈ ਸ਼ੰਭੂਨਾਥ, ਤੇਰੇ 'ਚ ਬੜੀ ਤਾਕਤ ਹੈ, ਤੂੰ ਗੁਰੂ ਨਾਨਕ ਦੇਵ ਜੀ ਨੂੰ ਜਿੱਤ ਕੇ ਲੈ ਕੇ ਆ। ਫਰੂਆ ਬੈਰਾਗਨ ਦੋ ਲੀਨੇ ਹਾਥ ਮਾਹੀ, ਜਿਨ ਮੁੰਦਰਾ ਹੈ ਫਾਟਕ ਇੱਕ ਕਾਨ ਪਾਰ ਪਾਇਓ ਹੈ। ਸੋ ਉਸ ਵਕਤ ਫਰੂਆ ਹੁੰਦਾ ਠੂਠਾ, ਬੈਰਾਗਣ ਲੱਕੜ ਦੀ ਬਣੀ ਹੁੰਦੀ ਹੈ, ਔਰ ਇਹ ਦੋ ਚੀਜ਼ਾਂ ਲੈ ਕੇ ਹੱਥ ਦੇ ਵਿੱਚ, ਜਿਹਨੇ ਫਿਰ ਪਾੜ ਕੇ ਕੰਨ ਕੀ ਕੀਤਾ ਹੈ, ਜਿਨ ਮੁੰਦਰਾ ਹੈ ਫਟਕ ਏਕ ਕਾਨ ਪਾਰ ਪਾਇਓ। ਇਹ ਇੱਕ ਕੰਨ ਵਿੱਚ ਮੁੰਦਰਾ ਪਾਉਂਦੇ, ਕਈ ਲੋਕ ਜੋਗੀ ਦੋ 'ਚ ਪਾਉਂਦੇ ਨੇ, ਅਲੱਗ ਅਲੱਗ ਇਹਨਾਂ ਦੇ ਥੋੜ੍ਹੇ ਥੋੜ੍ਹੇ ਫਰਕ ਨਾਲ ਧਰਮ ਹਨ। ਇਹ ਮੈਂ ਹੁਲਾਸ ਆਇਓ ਪਾਸ ਸੁਖ ਰਾਸ ਦੌਰ ਵਾਲੇ ਹੈ, ਆਦੇਸ਼ ਐਸੇ ਬਚਨ ਅਲਾਇਓ ਹੈ। ਮਨ ਦੇ ਅੰਦਰ ਬੜੇ ਉਤਸ਼ਾਹ ਨਾਲ ਅੱਗੇ ਆਇਆ ਔਰ ਸੁਖਾਂ ਦੇ ਰਾਸ ਗੁਰੂ ਨਾਨਕ ਦੇਵ ਜੀ ਕੋਲੇ ਆ ਕੇ ਕਹਿਣ ਲੱਗਿਆ, ਬਾਲਕ ਆਦੇਸ਼ ਹੈ। ਪ੍ਰਭੂ ਕੋ ਆਦੇਸ਼ ਸ਼ੰਭੂਨਾਥ ਆਇਓ, ਬੈਸ ਢਿਗ ਸੁਣਿਓ ਸਰੋ ਨਮਾਹੀ, ਪੁੰਨ ਬੈਨ ਕੋ ਸੁਨਾਇਓ ਹੈ। ਮਹਾਰਾਜ ਜੀ ਕਹਿਣ ਲੱਗੇ, ਪਰਮੇਸ਼ਰ ਨੂੰ ਹੀ ਆਦੇਸ਼ ਹੈ, ਸ਼ੰਭੂਨਾਥ ਆਓ ਬੈਸ ਢਿਗ, ਆ ਜਾ ਮੇਰੇ ਕੋਲ ਬੈਠ ਜਾ। ਜਦੋਂ ਇਹਨੇ ਕੰਨਾਂ ਦੇ ਵਿੱਚ ਇਹ ਬਚਨ ਸੁਣਿਆ, ਕਵਿਤਾ ਗੋਰਖ ਕੇ ਚੇਲੇ ਹੋਏ, ਮੁੰਦਰਾ ਅਕਾਨ ਪਾਵੋ, ਅੰਗ ਭਸਮ ਲਗਾਵ, ਕਿਉ ਬਿਗਨ ਨਾ ਲਾਗਈ। ਕਹਿਣ ਲੱਗਿਆ ਉਸ ਵਕਤ ਕਿ ਗੋਰਖ ਦੇ ਚੇਲੇ ਹੋ ਕੇ ਕੰਨ ਵਿੱਚ ਮੁੰਦਰਾ ਪਾਵੋ, ਸਰੀਰ ਨੂੰ ਭਸਮ ਲਾਉਣੀ ਚਾਹੀਦੀ ਹੈ, ਇਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਾਰੇ ਪਾਸੇ ਵਿਘਨ ਨਹੀਂ ਪੈਂਦਾ। ਵਿਕਸਾ ਕਮਲ ਜੋ ਪਰ ਕਾਸਾ ਦੀਪ ਜੋਤ, ਔਰ ਸੁਨ ਮਗ ਜਾਵ ਤਨ ਹੂੰ ਤੇ ਮ੍ਰਿਤ ਭਾਗਈ। ਜਿਹੜਾ ਕਮਲ ਹੈ ਅੰਦਰੋਂ ਖਿੜ ਜਾਂਦਾ ਹੈ, ਜੋ ਦੀਵੇ ਵਾਂਗੂ ਜੋਤ ਜਗ ਪੈਂਦੀ ਹੈ ਹਿਰਦੇ 'ਚ, ਤੇ ਸੁੰਨ ਦੇ ਰਸਤੇ ਉੱਤੇ ਫਿਰ ਜਾਣਾ, ਸੁੰਨ ਦਸ਼ਾ ਵਿੱਚ ਸੁੰਨ ਮਗ ਜਾਵੋ, ਸੁੰਨ ਦੇ ਰਸਤੇ ਤੇ ਜਾਣਾ, ਤਨ ਹੂੰ ਤੇ ਮ੍ਰਿਤ ਭਾਗਈ। ਫਿਰ ਸਰੀਰ ਵਿੱਚੋਂ ਮੌਤ ਦੌੜ ਜਾਂਦੀ ਹੈ, ਕਿਉਂਕਿ ਉਸ ਸਰੀਰ ਨੂੰ ਫਿਰ ਮੌਤ ਨਹੀਂ ਆਉਂਦੀ ਹੈ। ਫਰੂਆ ਗਹੀਜੈ ਹਾਥ ਹੋਈਐ ਸੁਨਾਥ, ਆਬ ਖੁਸ਼ੀ ਜਿੱਤ ਜਾਵ ਤਿਤ ਕੋ ਨਹਿ ਠਾਗਈ। ਆ ਫਰੂਆ ਹੁੰਦਾ ਠੂਠਾ, ਫੜ ਲਓ ਹੱਥ 'ਚ, ਮਹਾਰਾਜ ਨੂੰ ਕਹਿਣ ਲੱਗਿਆ, ਔਰ ਸਹਿਤ ਨਾਥ ਦੇ ਮਾਲਕ ਦੇ ਹੋ ਜਾਓ, ਜਿੱਧਰ ਖੁਸ਼ੀ ਆਵੇ ਉੱਧਰ ਜਾਓ, ਕੋਈ ਤੁਹਾਨੂੰ ਰੋਕੇਗਾ ਨਹੀਂ। ਫੇਰ ਭਲੀ ਬਾਣੀ ਤੇਰੀ ਜੋ ਤੂੰ ਮਾਨ ਲੇਹੇ, ਬਾਤ ਮੇਰੀ ਰਿੱਧ ਸਿੱਧ ਚੇਰੀ ਮਾਤ, ਗੋਰਖ ਕੇ ਭਾਗਈ। ਗੋਰਖ ਦੇ ਚਰਨ ਵਿੱਚ ਪੈ ਗਿਆ, ਪ੍ਰੇਮ ਕੀਤਿਆਂ ਬਖਸ਼ਿਸ਼ ਹੋ ਜਾਂਦੀ ਹੈ, ਕਿਉਂਕਿ ਭਲੀ ਗੱਲ ਬਣ ਜਾਣੀ ਤੇਰੀ ਜੋ ਤੂੰ ਮੇਰੀ ਗੱਲ ਮੰਨ ਲਏ। ਸ਼ੰਭੂਨਾਥ ਮਹਾਰਾਜ ਨੂੰ ਕਹਿੰਦਾ, ਰਿੱਧੀਆਂ ਸਿੱਧੀਆਂ ਆ ਜਾਣਗੀਆਂ ਇਹਦੇ ਨਾਲ। ਕਵਿਤਾ ਗੋਰਖ ਕੋ ਦਾਸ ਕਰ, ਸਭ ਹੂੰ ਕੋ ਮਾਨ ਹਾਰ, ਭਸਮ ਨ ਲਾਵੋ ਨਹਿ ਕਾਨ ਕੋ ਛਿਦਾਵਈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬੋਲੇ, ਗੋਰਖ ਨੂੰ ਮੈਂ ਗੁਰੂ ਨਹੀਂ ਬਣਾਉਣ ਆਇਆ, ਗੋਰਖ ਨੂੰ ਤਾਂ ਦਾਸ ਬਣਾਉਣਾ ਮੈਂ ਆਪਣਾ। ਸਭ ਹੂੰ ਕੋ ਮਾਨ ਹਾਰ, ਤੁਹਾਡਾ ਸਾਰਿਆਂ ਦਾ ਹੰਕਾਰ ਦੂਰ ਕਰਾਂਗੇ, ਨਾ ਹੀ ਅਸੀਂ ਪਿੰਡੇ ਤੇ ਸਵਾਹ ਮਲਾਂਗੇ, ਨਾ ਕਾਨ ਕੁਛ ਦਾਵਈ, ਨਾ ਹੀ ਅਸੀਂ ਕੰਨਾਂ ਨੂੰ ਛੇਦੇ ਕਰਾਂਗੇ, ਭਾਵ
ਨਾ ਹੀ ਮੁੰਦਰਾ ਪਾਵਾਂਗੇ। ਪਰੂਆ ਜੋ ਧਾਰੀ ਤਾਂ ਕੋ ਨਾਮ ਹੈ ਭਿਖਾਰੀ, ਜਗ ਮਿਰਤ ਹੈ ਬੇਦਾਰੀ, ਨਹਿ ਨੇਰੇ ਕਬ ਆਵਈ। ਆ ਜਿਹੜਾ ਤੁਸੀਂ ਕਹਿੰਦੇ ਠੂਠਾ ਫੜ ਲਓ ਹੱਥ 'ਚ, ਮੈਂ ਮੰਗਤਾ ਭੀਖ ਮੰਗਣ ਵਾਲਾ ਠੂਠਾ ਫੜਦਾ ਹੁੰਦਾ। ਅਸੀਂ ਕਿਉਂ ਫੜੀਏ? ਅਸੀਂ ਕੋਈ ਮੰਗਤੇ ਥੋੜ੍ਹੀ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਤਾਂ ਤੁਸੀਂ ਥਾਂ ਥਾਂ ਠੂਠੇ ਫੜ ਕੇ ਮੰਗਦੇ ਫਿਰਦੇ ਹੋ, ਇਹ ਗੱਲ ਕੋਈ ਚੰਗੀ ਨਹੀਂ ਹੈ। ਔਰ ਅੰਮ੍ਰਿਤ ਹੈ ਬਿਦਾਰੀ, ਨਹਿ ਨੇਰੇ ਕਬ ਆਵਈ। ਮੌਤ ਤਾਂ ਅਸੀਂ ਦੂਰ ਕੀਤੀ ਹੋਈ, ਸਾਡੇ ਤਾਂ ਮੌਤ ਕਦੇ ਨੇੜੇ ਵੀ ਨਹੀਂ ਆਉਂਦੀ ਹੈ। ਰਿੱਧ ਸਿੱਧ ਸਦਾ ਆਗੇ ਦੇਹੀਂ, ਤਾਕੋ ਜੇ ਕੋ ਮੰਗੇ ਚਾਹ ਤਾਹਾਂ ਜਾਏ, ਨਹਿ ਕੋ ਅਟਕਵਈ। ਰਿੱਧੀਆਂ ਸਿੱਧੀਆਂ ਸਾਡੇ ਅੱਗੇ ਪਿੱਛੇ ਘੁੰਮਦੀਆਂ ਫਿਰਦੀਆਂ ਨੇ, ਜੋ ਜੀ ਚਾਹੇ ਜੋ ਕੋਈ ਮੰਗ ਲਵੇ ਉਹੀ ਦੇ ਦਿੰਦੇ ਆ ਉਹਨੂੰ। ਚਾਹੇ ਤਾਹਾਂ ਜਾਏ ਨਹਿ ਕਉ ਅਟਕਾਵੇ, ਜਿੱਥੇ ਚਾਹੇ ਉੱਥੇ ਚਲੇ ਜਾ ਸਕਦੇ। ਤੁਹਾਡੀਆਂ ਤਾਂ ਹੱਦਬੰਦੀਆਂ ਨੇ ਨਾ, ਰਿੱਧੀਆਂ ਸਿੱਧੀਆਂ ਜਵਾਬ ਦੇ ਜਾਂਦੀਆਂ ਕਈ ਵਾਰੀ, ਬਈ ਉੱਥੇ ਮੇਰੀ ਪਹੁੰਚ ਨਹੀਂ ਹੈ। ਮਹਾਰਾਜ ਕਹਿਣ ਲੱਗੇ ਪਾਤਾਲਾ ਪਾਤਾਲ, ਲਾਖੇ ਆਗਾਸਾਂ ਆਗਾਸ ਵਿੱਚ ਸਾਡੀ ਪਹੁੰਚ, ਬ੍ਰਹਿਮੰਡਾਂ 'ਚ, ਸੱਚਖੰਡ ਤੱਕ, ਥੱਲੇ ਤੱਕ। ਬੋਲ ਕਿੱਥੇ ਜਾਣਾ? ਤੇਰੀਆਂ ਰਿੱਧੀਆਂ ਸਿੱਧੀਆਂ ਕਿੱਥੇ ਕਲ ਜਾਣਗੀਆਂ? ਅਸੀਂ ਜਿੱਥੇ ਵੀ ਚਾਹੀਏ ਜਾ ਸਕਦੇ ਹਾਂ। ਬਿਗਨ ਵਿਨਾਸ਼ਨ ਸੋ ਆਸਨ ਹੈ, ਸੁਨ ਵੇਖੈ ਸੰਭੂਨਾਥ, ਸੁਨੇ ਸਰੋਨ ਬੈਨ ਕੋ ਅਲਾਵਈ। ਹੁਣ ਜਦੋਂ ਇਹ ਬਚਨ ਸੁਣੇ ਮਹਾਰਾਜ ਸੱਚੇ ਪਾਤਸ਼ਾਹ ਦੇ ਕਿ ਬਿਗਨ ਵਿਨਾਸ਼ਨ ਸੋ ਆਸਨ ਹੈ, ਸੁਨ ਵੇਖੈ, ਮਹਾਰਾਜ ਜੀ ਕਹਿਣ ਲੱਗੇ ਸਾਰੇ ਬਿਘਨਾਂ ਨੂੰ ਨਾਸ਼ ਕਰਨ ਵਾਲਾ ਸਾਡਾ ਆਸਣ ਜੋ ਸੁੰਨ ਪਰਮਾਤਮਾ ਹੈ, ਅਫੁਰ। ਇੱਥੇ ਉਹ ਸੁੰਨ ਨਹੀਂ ਹੈ ਜਿਹੜਾ ਸੱਟ ਵੱਜੀ ਤੋਂ ਥਾਂ ਜਾਂ ਸੁੰਨ ਹੋ ਜਾਂਦਾ, ਉਹ ਸੁੰਨ ਹੋਣਾ ਇੱਕ ਅਲੱਗ ਗੱਲ ਹੈ। ਇਹ ਜਿਹੜਾ ਸ਼ੂਨ ਦਸ਼ਾ ਆ ਜਾਂਦੀ, ਖਾਲੀ, ਬਿਲਕੁਲ ਸੰਕਲਪਾਂ ਤੋਂ ਰਹਿਤ, ਵਿਕਲਪਾਂ ਤੋਂ ਰਹਿਤ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਸ ਸੁੰਨ ਦੇ ਵਿੱਚ ਮੇਰਾ ਆਸਣ ਹੈ, ਵਿਘਨ ਵਿਨਾਸ਼ਨ ਹੈ, ਜੋ ਜਿੱਥੇ ਕੋਈ ਸੰਕਲਪ ਨਹੀਂ ਹੈ, ਜਿੱਥੇ ਮਹਾਰਾਜ ਨੇ ਬਚਨ ਕੀਤਾ ਹੈ ਸਰਗੁਣ ਨਿਰਗੁਣ ਨਿਰੰਕਾਰ, ਸੁੰਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ, ਸੋ ਅੰਤਰ ਸੁੰਨੰ ਬਾਹਰ ਸੁੰਨੰ, ਤ੍ਰਿਭਵਨ ਸੁੰਨ ਮਸੁੰਨੰ, ਚੌਥਾ ਸੁੰਨ ਜੋ ਨਰ ਜਾਣੈ ਤਾ ਕੋ ਪਾਪ ਨਾ ਪੁੰਨੰ। ਸੁੰਨ ਦਸ਼ਾ ਉਹ ਹੁੰਦੀ ਜਿੱਥੇ ਜਾ ਕੇ ਬ੍ਰਹਮ ਦੇ ਅੰਦਰ ਕੋਈ ਸੰਕਲਪ ਨਹੀਂ ਹੁੰਦਾ, ਬਹੁਤ ਸਮਾਂ ਬਤੀਤ ਹੋ ਜਾਂਦਾ। 36 ਯੁਗ ਵਰਤੈ ਗੁਬਾਰੈ, ਤਾੜੀ ਲਾਈ ਸਿਰਜਣਹਾਰੈ। ਉਹ ਜਦੋਂ ਸਮਾਧੀ ਲਾ ਕੇ ਬੈਠਦਾ ਆਪਣੀ, ਕੋਈ ਸੰਕਲਪ, ਮਨੁੱਖੀ ਅੰਦਾਜ਼ੇ 'ਚ ਕਹਿ ਲਈਏ ਕਿ ਕਰੋੜਾਂ ਯੁੱਗ ਲੰਘ ਜਾਣ, ਕਰੋੜਾਂ ਅਰਬਾਂ ਯੁੱਗ ਲੰਘ ਜਾਣ, ਪਰਮੇਸ਼ਰ ਜੀ ਨੂੰ ਸੰਕਲਪ ਹੀ ਨਹੀਂ ਹੁੰਦਾ, ਕਿਉਂਕਿ ਇਹ ਸਾਵਿਕਲਪ ਸਮਾਧੀ ਜਿਹਦੇ 'ਚ ਮਾੜਾ ਮੋਟਾ ਪਤਾ ਹੁੰਦਾ ਮੈਂ ਕੌਣ, ਕਿੱਥੇ ਬੈਠਾ, ਫੁਰਨਾ ਵੀ ਆ ਜਾਂਦਾ ਮਾੜਾ ਮੋਟਾ। ਨਿਰਵਿਕਲਪ ਸਮਾਧੀ ਵਿੱਚ ਕੋਈ ਫੁਰਨਾ ਨਹੀਂ ਹੁੰਦਾ, ਉਹ ਸੁੰਨ ਦਸ਼ਾ ਦੀ ਸਮਾਧੀ ਹੈ। ਸੱਟ ਲੱਗਣ ਨਾਲ ਸੁੰਨ ਹੋਈ ਥਾਂ ਵੈਸੇ ਹੀ ਸੁੰਨ ਹੈ, ਉਹ ਤਾਂ ਜੜ ਸੁੰਨ ਹੈ। ਇਹ ਦੋਨਾਂ ਸੁੰਨਾਂ ਦਾ ਫਰਕ ਹੁੰਦਾ, ਇੱਕ ਜੜ ਸੁੰਨ ਹੁੰਦਾ, ਇੱਕ ਚੇਤਨ ਸੁੰਨ ਹੁੰਦਾ। ਸੋ ਜਦੋਂ ਇਸ ਹਾਲ ਦੇ ਵਿੱਚ ਕੋਈ ਵੀ ਨਾ ਬੈਠਾ ਹੋਵੇ ਬੰਦਾ, ਤਾਂ ਇੱਥੇ ਜਿਹੜੀ ਸੁੰਨ ਦਸ਼ਾ ਹੈ ਉਹ ਜੜ ਸੁੰਨ ਹੁੰਦੀ ਹੈ। ਜਦੋਂ ਸਾਰੀ ਸੰਗਤ ਨਾਲ ਹਾਲ ਭਰਿਆ ਹੋਵੇ, ਬਹੁਤ ਸੰਗਤ ਗੈਲਰੀ ਤੱਕ ਉੱਤੇ ਬੈਠੀ ਹੋਵੇ, 1000 ਬੰਦਾ ਬੈਠਾ ਹੋਵੇ, ਕਿਸੇ ਦੇ ਸਾਹ ਦੀ ਆਵਾਜ਼ ਵੀ ਨਾ ਆਵੇ, ਇੰਨੀ ਸੁੰਨ ਦਸ਼ਾ ਛਾ ਜੇ, ਉਹਨੂੰ ਚੇਤਨ ਸੁੰਨ ਕਹਿੰਦੇ ਨੇ। ਹੁੰਦਿਆਂ ਹੋਇਆਂ ਵੀ ਆਵਾਜ਼ ਨਹੀਂ, ਤੇ ਜੇ ਨਾ ਹੀ ਕੋਈ ਵੀ ਫਿਰ ਤਾਂ ਆਵਾਜ਼ ਆਉਣੀ ਨਹੀਂ, ਤਾਂ ਜੜ ਸੁੰਨ ਹੋ ਗਿਆ। ਇਸੇ ਤਰ੍ਹਾਂ ਜਿਹੜਾ ਸੱਟ ਲੱਗੀ ਤੋਂ ਸੁੰਨ ਹੁੰਦਾ ਥਾਂ, ਇਹ ਜੜ ਸੁੰਨ ਮੰਨਿਆ। ਪਰ ਜਿਹੜੀ ਆਪਣੀ ਆਤਮਾ ਹੈ, ਮਨ ਹੈ, ਦੇਖੋ
ਜਾਗਦੇ ਹੋਏ ਤਾਂ ਆਪਾਂ ਤੁਰੇ ਹੀ ਫਿਰਦੇ ਹਾਂ, ਦੇਖਦੇ, ਬੋਲਦੇ, ਸੁਣਦੇ। ਜਦੋਂ ਆਪਾਂ ਸੌਂ ਜਾਂਦੇ ਹਾਂ, ਮਨ ਸੁਪਨਾ ਦੇਖਦਾ, ਤੇ ਜਦੋਂ ਆਪਾਂ ਗੂੜੀ ਨੀਂਦ ਸੌਂਦੇ ਹਾਂ, ਸੁਪਨਾ ਵੀ ਨਹੀਂ ਆਇਆ। ਪਰ ਇੱਕ ਚੀਜ਼ ਦੇਖਣ ਵਾਲੀ ਹੈ ਕਿ ਚੁੱਪ ਚਪੀਤੇ ਉਹ ਕੌਣ ਦੇਖ ਰਿਹਾ। ਜਾਗਰਤ ਵਿੱਚ ਵੀ ਜੋ ਜਾਗਰਤ ਅਵਸਥਾ ਦਾ ਅਭਿਮਾਨੀ ਹੈ, ਸੁਪਨ ਅਵਸਥਾ ਦਾ ਅਭਿਮਾਨੀ ਹੈ, ਸਖੋਪਤ ਅਵਸਥਾ ਦਾ ਅਭਿਮਾਨੀ ਜੋ ਸਾਖੀ ਚੇਤਨ ਆਤਮਾ ਉਹਦਾ ਨਾਮ ਹੈ। ਉਹ ਆਤਮਾ ਜੋ ਸ਼ੁੰਨ ਦਸ਼ਾ ਹੈ, ਬਿਲਕੁਲ ਚੇਤਨ ਹੁੰਦਿਆਂ ਹੋਇਆਂ ਵੀ ਉੱਥੇ ਫੁਰਨਾ ਨਹੀਂ ਹੁੰਦਾ ਕੋਈ। ਤਾਂ ਬੰਦੇ ਦੇ ਅੰਦਰ ਚੇਤਨ ਹੁੰਦਿਆਂ ਹੋਇਆਂ ਵੀ ਫੁਰਨੇ ਆਈ ਜਾਂਦੇ ਨੇ। ਇਹ ਬੰਦਾ ਮਾਇਆ ਜੜ ਦੇ ਵਿੱਚ ਫਸਿਆ ਹੋਇਆ। ਇਸ ਅਵਸਥਾ ਨੂੰ ਭਗਤੀ ਵਿੱਚ ਆਪਾਂ ਸੰਕਲਪ ਮੇਟਦੇ ਨਿਰਵਿਕਲਪ ਵਿੱਚ ਚਲੇ ਜਾਂਦੇ ਹਾਂ। ਨਿਰਵਿਕਲਪ ਸਮਾਧੀ ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਦੀ ਸੀ, ਜਿਹਨੂੰ ਫੁਰਨਾ ਨਹੀਂ ਸੀ ਹੁੰਦਾ ਕੋਈ। ਰੋਟੀ ਵੀ ਕਹਿਣੀ ਪੈਂਦੀ ਸੀ ਖਾਣ ਨੂੰ। ਸੇਵਾਦਾਰ ਅੰਦਾਜ਼ਾ ਲਾ ਲੈਂਦਾ ਸੀ, ਹੁਣ ਕੋਈ ਕਿਰਿਆ ਕੀਤਿਆਂ ਨੂੰ ਹੋ ਗਏ 3 ਘੰਟੇ, ਫੇਰ ਲੈ ਕੇ ਜਾਣਾ, ਬਾਬਾ ਜੀ ਹੁਣ ਕਿਰਿਆ ਕਰਨੀ, ਚਲੋ ਭਾਈ। ਹੁਣ ਫੁਰਨੇ ਵਾਲਾ ਦੂਜਾ ਮਨੁੱਖ ਕੋਲ ਬਿਠਾਉਣਾ ਪੈਂਦਾ ਉਹਦੇ। ਇੱਥੇ ਤੱਕ ਬ੍ਰਹਮ ਗਿਆਨ 'ਚ ਅਵਸਥਾ ਚਲੀ ਜਾਂਦੀ, ਫੁਰਨਾ ਹੀ ਨਹੀਂ ਹੈ, ਰੋਟੀ ਦਾ ਵੀ ਨਹੀਂ ਹੈ। ਹੁਣ ਪਤਾ ਕਿਵੇਂ ਲੱਗੇ ਰੋਟੀ ਖਾਣੀ ਹੈ ਇਹਨੇ ਕਿ ਨਹੀਂ ਖਾਣੀ। ਸੇਵਾਦਾਰ ਨੇ ਰੱਸੀ ਪੇਟ ਨਾਲ ਮਿਣ ਕੇ ਦੇਖ ਲੈਣੀ, ਤੇ ਹੁਣ ਰੱਸੀ ਢਿੱਲੀ ਹੋ ਗਈ ਆ। ਫਿਰ ਉਹਨਾਂ ਨੇ ਕਹਿਣਾ, ਬਾਬਾ ਜੀ ਤੁਹਾਨੂੰ ਭੁੱਖ ਲੱਗ ਗਈ ਆ। ਅੱਛਾ ਭਾਈ ਲਿਆਓ ਪ੍ਰਸ਼ਾਦਾ। ਰੱਸੀ ਕਸੀ ਗਈ, ਬਾਬਾ ਜੀ ਹੁਣ ਤੁਸੀਂ ਰੱਜ ਗਏ ਹੋ। ਉਸ ਵਕਤ ਥਾਲੀ ਚੁੱਕ ਲਓ ਬਈ, ਹੱਥ ਧੁਆਓ। ਤਾਂ ਮਨ ਦਾ ਸੰਕਲਪ ਜਿਹੜਾ ਕਰਨਾ, ਉਹ ਫੁਰਨੇ ਜਿਹੜੇ ਨੇ ਬੰਦ ਹੋ ਜਾਂਦੇ ਨੇ। ਇੰਨੀ ਉੱਚੀ ਅਵਸਥਾ ਹੋ ਜਾਣੀ। ਉਹ ਮਹਾਰਾਜ ਕਹਿੰਦੇ ਮੈਂ ਸੁੰਨ 'ਚ ਬੈਠਾ। ਉਹ ਸੁੰਨ ਅਵਸਥਾ ਜਿਹੜੀ ਸਾਰਿਆਂ ਵਿਘਨਾਂ ਨੂੰ ਦੂਰ ਕਰਦੀ ਹੈ। ਕਵਿਤਾ ਵੱਡੋਈ ਹੰਕਾਰੀ ਕਹਾ ਨਦਰ, ਤੁਮਾਰੀ ਕਛ ਔਰੀ ਬੋਰੀ ਬਾਤੈ ਮੁਖ ਕਾਹੇ ਕੋ ਬਕਤ ਹੈ। ਸ਼ੰਭੂਨਾਥ ਨੇ ਜਦੋਂ ਇਹ ਗੱਲਾਂ ਸੁਣੀਆਂ ਤੇ ਕਹਿਣ ਲੱਗਿਆ, ਕਵਿਤ ਵੱਡੋਈ ਹੰਕਾਰੀ ਕਹਾ ਨਦਰ ਤੁਮਾਰੀ, ਬੜੇ ਹੰਕਾਰੀਓ, ਕਿੱਥੇ ਨਦਰ ਹੈ ਤੁਹਾਡੀ। ਕਛ ਔਰੀ ਬੌਰੀ ਬਾਤੈ ਮੁਖ ਕਾਹੇ ਤੇ ਬਕਤ ਹੈ। ਕਹਿੰਦੇ ਹੋਰ ਹੀ ਔਲੀਆਂ ਬੋਲੀਆਂ ਗੱਲਾਂ ਕਰੀ ਜਾਂਦੇ ਤੁਸੀਂ ਤਾਂ। ਮਹਾਰਾਜ ਨੂੰ ਕਹਿੰਦਾ, ਜਿਵੇਂ ਹੁਣ ਆਪਾਂ ਨੂੰ ਬਹੁਤ ਲੋਕ ਕਹਿੰਦੇ ਨਾ ਵੀ ਇਹ ਕਥਾ 'ਚ ਬੜੀ ਬਕਵਾਸ ਜੀ ਮਾਰਦਾ ਰਹਿੰਦਾ, ਕੋਈ ਕਹਿੰਦਾ ਗਪੌੜ ਬੜੇ ਛੱਡਦਾ, ਔਲੀਆਂ ਬੋਲੀਆਂ ਗੱਲਾਂ ਕਰਦਾ। ਤੁਸੀਂ ਤਾਂ ਹਲੇ ਨਿਤਨੇਮ ਵੀ ਨਹੀਂ ਕਿਸੇ ਨੇ ਕੀਤਾ ਚੱਜ ਨਾਲ, ਕਿਸੇ ਦੀ ਕੋਈ ਅਵਸਥਾ ਹੀ ਨਹੀਂ ਹੈ। ਸੋ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬੱਗ ਬੱਪੜਾ ਜਨਮ ਨਾ ਦਿੰਦੀ ਅੰਗ। ਉਹ ਮੈਂ ਤਾਂ ਆਖਿਆ ਵਡਹੰਸ ਹੋਣਗੇ ਵਿਚਾਰੇ, ਚਲ ਉੱਚਾ ਉਪਦੇਸ਼ ਕਰਦੇ ਆ। ਜਦ ਦੇਖਿਆ ਇਹ ਤਾਂ ਸਾਖੀਆਂ ਜੀ ਵਾਲੇ ਨੇ, ਫਿਰ ਉੱਥੇ ਕੀ ਕਰੀਏ ਆਪਾਂ। ਗੁਰੂ ਅਮਰਦਾਸ ਜੀ ਕੋਲੇ ਬੰਦਾ ਮਿਲਣ ਆਇਆ, ਸਾਧੂ ਦਾ ਲਿਬਾਸ, ਠੱਗ ਆਦਮੀ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬੜਾ ਹੀ ਕੀਮਤੀ ਮੋਤੀਆਂ ਦਾ ਸਿਮਰਨਾ ਪਾਇਆ ਹੋਇਆ ਸੀ, ਸਿਮਰਨ ਕਰਦੇ ਸੀ ਉਹਨਾਂ ਹੱਥ 'ਚ। ਸਾਹਮਣੇ ਬੈਠ ਗਿਆ। ਜਾਣੀ ਜਾਣ ਸਤਿਗੁਰੂ ਬਹੁਤ ਵੱਡੇ ਜਿਗਰੇ ਵਾਲੇ ਨੇ। ਆਓ ਜੀ ਸੰਤ ਜੀ ਬੈਠੋ ਕਹਿ ਕੇ ਬਿਠਾ ਲਿਆ। ਮਹਾਰਾਜ ਨੇ ਉਹਦੇ ਦੇਖਦਿਆਂ ਉਹ ਜਿਹੜਾ ਮੋਤੀਆਂ ਦੀ ਮਾਲਾ ਸੀ, ਸੁੱਚੇ ਮੋਤੀਆਂ ਦੀ ਬੜੀ ਕੀਮਤੀ, ਉਹ ਚੁੱਕ ਕੇ ਆਪਣੇ ਗਦੈਲੇ ਥੱਲੇ ਉਹਦੇ ਦੇਖਦਿਆਂ ਰੱਖ ਕੇ ਕਹਿੰਦੇ ਅਸੀਂ ਜਰਾ ਲੰਗਰ 'ਚ ਹੋ ਆਈਏ। ਉਸ ਵਕਤ ਲੰਗਰ ਵਿੱਚ ਜਦੋਂ ਹੋਣ ਵਾਸਤੇ ਗਏ, ਮਗਰੋਂ ਸਾਧੂ ਨੇ ਉਸ ਵਕਤ ਜਿਹੜੀ ਮਾਲਾ ਸੀ ਹੌਲੀ ਕਿਤੇ ਨੇ ਖਿਸਕਾ ਕੇ ਜੇਬ 'ਚ ਪਾ ਲਈ ਆਪਣੀ, ਅਥਵਾ ਐਂ ਵੀ ਕਹਿੰਦੇ ਨੇ ਉਹਨੇ ਆਪਣੇ ਆਸਲ ਦੇ ਥੱਲੇ ਲੁਕੋ ਲਈ ਵੀ ਕੱਪੜਾ ਚੱਕੂ ਨਾਲ ਹੀ ਮਾਲਾ ਲਪੇਟ ਕੇ ਚੱਕ ਲੂੰਗਾ। ਮਹਾਰਾਜ ਜੀ ਆ ਕੇ ਬੈਠੇ, ਜਦੋਂ ਗਦੈਲੇ ਥੱਲੇ ਹੱਥ ਮਾਰਿਆ, ਮਾਲਾ ਕਿੱਧਰ ਗਈ। ਸਾਰਾ ਗਦੈਲਾ ਚੁਕਵਾਇਆ, ਖੜੇ ਹੋ ਗਏ, ਮਾਲਾ ਨਹੀਂ ਹੈ। ਸਾਰੇ ਖੱਬੇ ਸੱਜੇ ਭਾਲਦੇ ਨੇ, ਇੰਨੇ ਨੂੰ ਹਵਾ ਦਾ ਬੁੱਲਾ ਆਇਆ। ਉਹ ਜਿਹੜਾ ਠੱਗ ਜਾ ਬੈਠਾ ਸੀ, ਉਹਦੀ ਮਾਲਾ ਪੱਲਾ ਉੱਡ ਗਿਆ, ਉਹਦਾ ਥੱਲੇ ਮਾਲਾ। ਉਹ ਮਹਾਰਾਜ ਕਹਿੰਦੇ ਉਹ ਪਈ ਚੱਕੋ ਬਈ। ਉਹ ਕਹਿੰਦੇ ਤੂੰ ਮੇਰੀ ਮਾਲਾ ਲੈ ਲਈ।
बड़ा शर्मसार होया। सच्चे पातशाह कहने कपड़े तो तेरे बड़े साधु संतां वाले पाए हुए ने भाई, बड़ा ठग चोर तूं, साडी माला चुक लई। गुरसिख कहण लगे महाराज सेवा कर दईए, कहने नहीं भाई ये तो असीं तां पाज ही खोलना सी। उत्थे सतगुरु ने वाक अलाया जे सो इस करके महाराज कहने मैं जानिया वडहंस है। मैं तो आख्या बड़ा बड़ा वडहंस हुंदा, जिवें मराल सोहना हंस हुंदा मोती खाना, नाम जपण वाला साधु संत होना। मैं जानिया वडहंस है तां मैं कीया संग, जे जाना बग बपड़ा। मैनू की पता तुच्छ जिहा बगला है, डड्डियां खाना, मच्छियां खाना, एवें समाधियां ला ला के एक लादे भार खड़दा तां जन्म ना देंदी अंग। मैं शुरू तो ही लागे ही नहीं बिठाउंदा इहनूं। इस करके सतगुरु महाराज नूं ये कहना की औलियां बौलियां गल्लां करदे हो, क्योंकि इहदे लैसन तो ही परे सारियां चीज़ां। सुन्न अवस्था सिद्ध कित्थे गए सी, हले तां बहुत वड्डी अवस्था। ये तो रिद्धियां सिद्धियां दे विच फसे, विकारां च फसे होए। इन्ने विकार नहीं जिते सिद्धा ने। जिहड़ा बंदा विकारी है वो सारी दुनिया नूं विकारी समझदा है, जिहड़ा हंकारी है वो सारी दुनिया नूं हंकारी समझदा। जिहड़े खाण पीण वाले ने वो सारिआं नूं खाण पीण वाले ही समझी जांदे ने। सारी दुनिया नूं जिहड़ा साधु संत है वो कहंदा सारी दुनिया ही चंगी है। सो इस करके बंदे दा म्यार इन्ना छोटा है ते उहनूं विचार आपां सुणा दे सुन दशा दे, वो तो बहुत वो सारिआं लई नहीं फिर गल हुंदी। जिहदी दशा बहुत उच्ची अवस्था है, जिहड़े हुण अभ्यासी चंगी पहुंची बिरती वाले कथा सुणदे ने वो बहुत खुश हुंदे ने। विआह अवस्था की गल सानूं सुणाई है, असीं हुण इस अवस्था तक जाण की कोशिश करांगे। पर आम जिहड़े बंदे हुंदे ने विचारे खाणे पीणे वाले, एवें सौणे वाले, बस रोटियां खा लियां सौ गए, उन्हां दी अवस्था इत्थे तक नहीं हुंदी। ना ही उन्हां दी बुद्धि, ये बुद्धि की तां गल ही नहीं चल रही इत्थे। इत्थे चल रही गल आत्मा तो भी उत्ते दी, जिथे जाके शुद्ध आत्मा परमात्मा च लीन हुंदी है, उत्थे सुन दशा की अवस्था है। हाँ महाराज नूं कहंदा कहंदे औलियां बौलियां गल्लां करदे हो। जतिनाथ सिद्ध सब बीच है प्रसिद्ध, ऐसे गोरख को जाना नहीं कैसी है सकत है। कहने जति नाथ सिद्ध आदਿਕ सारिਆਂ ਦੇ ਵਿੱਚ प्रसिद्ध है गोरख, नहीं तुसी जानदे कि उन्हां 'ਚ किन्नी शक्ति है। सिद्ध साध निंदे तुम भयो कौन बिंदे, कैसे बोले माटी गंदे निज मान में शकत है। उस वक्त कहन लग्या जिन्ने तुसी सिद्ध ने साध ने सारिआं नूं निंदता, तुसी कौन हो, कित्थों आए हो, कित्थों बने हो, कित्थे जन्म होया है, कैसे बोलना, तुसी कित्थों आए हो इस स्थान दे उत्ते, अपने मान हंकार नाल तुसी भरे हुए हो। उल्टा चोर कोतवाल को डांटे। अवस्था आपदी नहीं हैगी, सतगुरु महाराज नूं इस तरह कहंदा है। कौन तू वडाई पाए जग जून आए जाए, गुरु बिना इस थिर को ना टिकत है। तुसीं की वडियाई पाई है जग्गां जग दे जिहड़ियां जूनां ने ਉਹਦੇ ਚ ਆਉਂਦੇ ਜਾਂਦੇ ਹੋ। महाराज ਨੂੰ ਕਹਿੰਦਾ गुरु बिना कोई टिक नहीं सकता बंदा। शंभूनाथ आदि हंकारी ते कमीने दिल वाले होण ते ऐसे वाक कहण ते कोई चर्ज गल नहीं है। ये माड़े वाक उन्हां दी न्यूनता दे सूचक ने, घटिया पुणे दे सूचक हुंदे ने। महाराज ने कहा सी मरदाने एक आउणा हले बाकी शंभूनाथ आ, ਉਹਦਾ नाम बहुता हंकारी है, एक बारी इहनूं आ लैण दे, उदू बाद फिर चलांगे। कविता जान तेरे गोरख की याद शिव बिंद हूं ते नदर हमारी कंकार पै लगत है। हुण उहने महाराज सच्चे पातशाह नूं कुछ गलत जिहा ज्यादा बोल दिता सी, हुण जवाब तां फिर देना ही पैना सी। सच्चे पातशाह नूं कहण लग्या बाहला अखर गंदा मैं तो नहीं कहा, आखिर तुसीं कित्थों होए हो, फलाना ढिमका बोलिया। ਹੁਣ सतगुरु ਦਾ जवाब जिवें दिंदे ਉਹ तो ਆਪਾਂ समझ जावांगे। महाराज कहने जानो तेरे गोरख की आद शिव बिंद हूं ते नदर हमारी एक अंकार पै लगत है। महाराज कहने साडी जिहड़ी नदर आ ਉਹ ਤਾਂ हमेशा गुरु बिना इस तरह को ना टिकत है, ਇਹਨੇ ਕਿਹਾ ਸੀ। महाराज कहने मेरी निगाह ਤਾਂ हमेशा एक ओंकार ਵਿੱਚ ਹੀ ਲੱਗੀ ਰਹਿੰਦੀ ਹੈ, पर तेरे गोरख बारे मैं जरूर दस दिंदा ਉਹ कित्थों पैदा होया।
ਉਹ ਸ਼ਿਵ ਜੀ ਦੀ ਬਿੰਦ ਤੋਂ ਬਣਿਆ। ਇਸ ਕਰਕੇ ਸੋ ਗੋਹੇ ਤੋਂ ਜਨਮ ਹੋਇਆ ਉਹਦਾ। ਹੋਰ ਸੁਣ ਲੈ, ਇਹ ਗੋਹੇ ਚੋਂ ਜੰਮਿਆ ਸੀ ਇਹ ਗੋਰਖ ਤੇਰਾ। ਮਹਾਰਾਜ ਨੇ ਸਾਰੀ ਕੱਢ ਕੇ ਉਹਨੂੰ ਗੱਲ ਸੁਣਾ ਦਿੱਤੀ ਹੈ। संत साध सोदर बलोके मोद होत कहो गंदे कै अमल पंज तत्त को जगत है। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਜਿੰਨੇ ਨੇ ਸੰਤ ਸਾਧ ਜਾਂ ਇਹਨਾਂ ਦੇ ਦਰਸ਼ਨ ਜਿਹੜੇ ਕਰਨੇ ਨੇ ਬਹੁਤ ਸਾਰੇ ਵੇਖੇ ਨੇ। ਮੇਰੇ ਦੇਖਿਆ ਨਦਰ ਹਮ ਜੋ ਮੋਦ ਹੋਤ ਜਿਹੜੇ ਬਹੁਤ ਜ਼ਿਆਦੇ ਆਨੰਦਿਤ ਹੁੰਦੇ ਨੇ। ਕਹੋ ਗੰਦੇ ਕੈ ਅਮਲ ਪੰਜ ਤੱਤ ਕੋ ਜਗਤ ਹੈ। ਸਤਿਗੁਰੂ ਕਹਿਣ ਲੱਗੇ ਗੰਦੇ ਹਨ ਕਿ ਮੈਲ ਤੋਂ ਰਹਿਤ ਹਨ। ਸਾਰਾ ਜਾਗੀ ਪੰਜਾਂ ਤੱਤਾਂ ਦਾ ਬਣਿਆ। ਹੁਣ ਤੂੰ ਕਿਤੇ ਪੰਜਾਂ ਦਾ ਨਹੀਂ ਬਣਿਆ, ਮੈਂ ਪੰਜਾਂ ਤੋਂ ਬਾਹਰ, ਸਾਰੀ ਦੁਨੀਆ ਪੰਜਾਂ ਤੱਤਾਂ ਤੋਂ ਬਾਹਰ। ਮੈਨੂੰ ਜੋ ਗੰਦਾ ਕਹਿਣਾ, ਆਪਣੇ ਆਪ ਨੂੰ ਦੇਖ ਤਾਂ ਤੂੰ ਕੀ ਚੀਜ਼ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਵੀ ਤਾਂ ਪੰਜਾਂ ਤੱਤਾਂ ਦਾ ਬਣਿਆ ਹੋਇਆ। ਤੇਰੇ ਮਾਤਾ ਕਿਤੇ ਨਹੀਂ ਬਣੇ, ਗੋਰਖ ਨਹੀਂ ਬਣਿਆ ਪੰਜਾਂ ਤੱਤਾਂ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹ ਤਾਂ ਹੀ ਉਡੀਕਦੇ ਸੀ ਵੀ ਇਹ ਜਿਹਨੂੰ ਇੱਕ ਵਾਰ ਸਿੱਧਾ ਕਰਕੇ ਫੇਰ ਹੀ ਅੱਗੇ ਤੁਰਾਂਗੇ। एक हूँ सीथे देह सब एक ही के किए नर मान कीने हान पर सोतम भगत है। ਦੇਖ ਸਾਰਿਆਂ ਦੇ ਸਰੀਰ ਇੱਕੋ ਜਿਹੇ ਦਿਖਦੇ ਆ, ਸਾਰਿਆਂ ਦੀ ਦੇਹ ਹੀ ਸਾਰੇ ਇੱਕੋ ਹੀ ਪ੍ਰਮਾਤਮਾ ਨੇ ਬਣਾਏ ਨੇ ਬੰਦੇ। ਰੱਬ ਦੇ ਭਗਤ ਜਿਹੜੇ ਸ਼੍ਰੋਮਣੀ ਆਪਾਂ ਪੁਰਸ਼ੋਤਮ ਕਹਿੰਦੇ, ਉੱਤਮ ਪੁਰਸ਼ ਕਹਿੰਦੇ ਰੱਬ ਦੇ ਭਗਤਾਂ ਨੂੰ, ਉਹ ਬੰਦੇ ਨੂੰ ਉੱਤਮ ਕਿਉਂ ਕਹਿੰਦੇ ਆ? ਪੰਜਾਂ ਤੱਤਾਂ ਦੀ ਦੇਹੀ, ਇੱਕ ਪੁਰਸ਼ ਹੈ ਇੱਕ ਮਹਾਂਪੁਰਸ਼ ਹੈ। ਉਹਨੂੰ ਮਹਾਂਪੁਰਸ਼ ਕਿਉਂ ਕਹਿੰਦੇ ਆ? ਕਿਉਂਕਿ ਉਹਨੇ ਆਪਣੇ ਮਨ ਦੇ ਅੰਦਰੋਂ ਜਿਹਨੇ ਮਾਣ ਹੰਕਾਰ ਨੂੰ ਨਿਵਰਤ ਕੀਤਾ ਹੈ ਨਾ, ਉਹਨੂੰ ਮਹਾਂਪੁਰਸ਼ ਕਹੀਦਾ। ਤੇ ਜਿਹੜਾ ਬੰਦਾ ਮਨ ਤੋਂ ਕਾਮ ਕ੍ਰੋਧ ਹੰਕਾਰ ਨਹੀਂ ਗਵਾ ਸਕਿਆ, ਉਹਨੂੰ ਕਹੀਦਾ ਇਹ ਆਮ ਸਧਾਰਨ ਬੰਦਾ ਹੈ। सिद्ध औरे बौरे मान कीने सब हौरे गौरे गुरु बिना कहो प्रेम कैसे कै भगत है। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਔਲਾ ਬੌਲਾ ਮੈਂ ਨਹੀਂ, ਸਿੱਧ ਔਰੇ ਬੌਰੇ ਮਾਨ ਕੀਨੇ। ਇਹ ਹੰਕਾਰ ਨੇ ਸਾਰੇ ਵੱਡੇ ਹੌਲੇ ਕੀਤੇ ਪਏ ਨੇ ਤੇਰੇ ਸਿੱਧ, ਬੜਾ ਹੰਕਾਰ ਭਰਿਆ ਹੋਇਆ ਹੈ। ਗੁਰੂ ਤੋਂ ਬਿਨਾ ਕਹੋ ਪ੍ਰੇਮ ਕੈਸੇ ਕੈ ਭਗਤ ਹੈ। ਸੱਚੇ ਗੁਰੂ ਤੋਂ ਬਿਨਾਂ ਪ੍ਰੇਮ ਦੇ ਰੰਗ ਵਿੱਚ ਬੰਦਾ ਰੰਗਿਆ ਨਹੀਂ ਜਾ ਸਕਦਾ। ਤੁਸੀਂ ਸਾਰੇ ਜਾਣੇ ਹੀ ਹੰਕਾਰ ਦੇ ਹੀ ਮਾਰੇ ਹੋਏ ਹੋ। विविता जोग की जुगत कर पाई मुक्त कैसे जोगी जति हूँ को निज नदर न लियावई। ਸੋ ਇਸ ਤਰੀਕੇ ਨਾਲ ਕਹਿੰਦੇ ਨੇ ਸ਼ੰਭੂਨਾਥ ਹੁਣ ਕਹਿਣ ਲੱਗਿਆ ਵਾਕ ਅੱਗੇ ਕਿ ਜੋਗ ਕੀ ਜੁਗਤ ਕਰ ਪਾਈ ਹੈ ਮੁਕਤ ਕੈਸੇ। ਕਿ ਜੋਗ ਦੀ ਜੁਗਤੀ ਕਰਕੇ ਮੁਕਤੀ ਕਿਵੇਂ ਪ੍ਰਾਪਤ ਹੁੰਦੀ ਹੈ। ਤੇ ਜੋਗੀ ਜਤੀ ਹੂੰ ਕੋ ਨਿਜ ਨਦਰ ਨਾ ਲਿਆਵੇ। ਜੋਗੀ ਜਤੀ ਨੂੰ ਤਾਂ ਆਪਣੀ ਕਿਸੇ ਨਜ਼ਰ ਤੇ ਨਹੀਂ ਲਿਆਉਂਦੇ। ਜਾਂਤੇ ਕੋ ਵਿਸਾਲ ਸਭ ਹੀ ਤੇ ਅਤ ਉਤਮ ਹੈ ਜਾਹੂ ਕੋ ਨਿਖੇਦ ਵੱਡੋ ਕਾਹੇ ਠਹਿਰਾਵਈ। ਇਸ ਕਰਕੇ ਜਾਂ ਤੇ ਕੋ ਵਿਸਾਲ ਕੌਣ ਵੱਡਾ ਹੈ, ਸਭ ਹੀ ਤੇ ਅਤ ਉੱਤਮ ਹੈ। ਸਭ ਤੋਂ ਉੱਤਮ ਹਨ ਜੋਗੀ, ਜੋਗੀਆਂ ਨਾਲੋਂ ਵੱਡਾ ਕੋਈ ਨਹੀਂ। ਜਾਹੂ ਕੋ ਨਿਖੇਦ ਬੜੇ ਕਾਹੇ ਠਹਿਰਾਵਈ। ਤੁਸੀਂ ਕਿਹਨੂੰ ਠਹਿਰਾਉਂਦੇ ਹੋ ਨਿਖੇਦ? ਬਈ ਇਹਨਾਂ ਨੂੰ ਨਿਸ਼ੇਧ ਕਿਉਂ ਕਰਦੇ ਹੋ? ਕਿਉਂ ਕਹਿੰਦੇ ਹੋ ਮਾੜੇ ਹਨ ਜੋਗੀ? ਨੀਕੋ ਉਪਦੇਸ ਮਤ ਧਾਰੋ ਜੋਗ ਵੇਸ ਚਲੋ ਗੋਰਖ ਕੇ ਢਿਗ ਤੇ ਅਮਰ ਪਦ ਪਾਵਈ। ਚੰਗਾ ਉਪਦੇਸ਼ ਲਓ, ਚਲੋ ਗੋਰਖ ਦੇ ਕੋਲ ਚੱਲੋ, ਉਹਦਾ ਮਤ ਧਾਰਨ ਕਰੋ। ਗੋਰਖ ਦੇ ਕੋਲ ਜਾ ਕੇ ਹੁਣ ਅਮਰ ਪਦਵੀ ਦੀ ਪ੍ਰਾਪਤੀ ਕਰ ਲਓ। ਪ੍ਰਗਟੋਗੇ ਜਗ ਜਰਾ ਜਾਏਂਗੋ ਅਲਗ ਜੈਸੇ ਸੂਰ ਦੇਖ ਸੰਗਰ ਮੈਂ ਕਾਇਰ ਪਲਾਵਈ। ਸੋ ਕਹਿਣ ਲੱਗੇ ਫਿਰ ਸਾਰੇ ਦੁਨੀਆ ਦੇ ਅੰਦਰ ਤੁਸੀਂ ਨਾ ਜੇ ਯੋਗ ਗ੍ਰਹਿਣ ਕਰੋਗੇ, ਪ੍ਰਗਟੋਗੇ ਜਗ, ਸਾਰੀ ਦੁਨੀਆ 'ਚ ਪ੍ਰਗਟ ਹੋ ਜਾਓਗੇ। ਜਰਾ ਜਾਏਗੋ ਅਲੱਗ, ਬੁਢੇਪਾ ਦੂਰ ਹੋ ਜਾਏਗਾ। ਜੈਸੇ ਸੂਰ ਦੇਖ ਸੰਗਰ ਮੈਂ ਕਾਇਰ ਪਲਾਵਈ। ਜਿਵੇਂ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਸੂਰਮਾ ਸੰਗਰਾਮ ਦੇ ਵਿੱਚ ਜਾ ਕੇ ਫਿਰ ਸਾਹਮਣੇ ਆਉਂਦਾ ਹੈ ਨਾ, ਉਹ ਦੌੜ ਜਾਂਦਾ। ਕਾਇਰ ਬੰਦਾ ਜਿਹੜਾ ਉਹਦੇ ਮੂਹਰੇ ਆਉਂਦਾ ਸੂਰਮੇ ਦੇ ਅੱਗੇ। ਇਸੇ ਤਰ੍ਹਾਂ ਜਦੋਂ ਯੋਗ ਜਗ ਧਾਰਨ ਕਰੋਗੇ, ਯੋਗ ਕਰੋਗੇ, ਅਭਿਆਸ ਕਰੋਗੇ, ਬੁਢੇਪਾ ਕਾਇਰਾਂ ਦੀ ਤਰ੍ਹਾਂ ਦੌੜ ਜਾਏਗਾ। ਚਿਹਰੇ ਤੇ ਲਾਲੀ ਆ ਜਾਏਗੀ, ਵਾਲ ਕਾਲੇ ਹੀ ਰਹਿਣਗੇ, ਸਦਾ ਵਾਸਤੇ ਜਵਾਨ ਹੋ ਜਾਓਗੇ। ਕਵਿਤਾ ਨਾਮ ਬਿਨਾ ਜੋਗ ਪੂਰਾ ਕਬ ਹੂੰ ਨਾ ਹੋਤ ਜਾਂਤੇ ਨਾਮ ਲਿਵ ਲਾਈ ਜਾਂਤੇ ਵੱਡੋ ਨ ਹੈ ਆਨ ਕੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਣ ਬਈ ਸ਼ੰਭੂਨਾਥ,
ਨਾਮ ਤੋਂ ਬਿਨਾ ਜੋਗ ਕਦੇ ਪੂਰਾ ਨਹੀਂ ਹੋ ਸਕਦਾ। ਗੱਲੀ ਜੋਗ ਨਾ ਹੋਈ ਜਾਂ ਤੇ ਨਾਮ ਲਿਵ ਲਾ ਪਈ। ਇਸ ਕਰਕੇ ਬੰਦੇ ਨੂੰ ਚਾਹੀਦਾ, ਜੋਗੀ ਨੂੰ ਚਾਹੀਦਾ, ਨਾਮ ਦੇ ਵਿੱਚ ਸੁਰਤੀ ਜੋੜੇ। ਤੋ ਜਿਸ ਨਾਮ ਦੀ ਜਪਿਆਂ ਜਾਂ ਤੇ ਵੱਡੋ ਨਹਿ ਆਨ ਕੋ, ਜਿਸ ਨਾਮ ਤੋਂ ਵੱਡਾ ਹੋਰ ਕੋਈ ਨਹੀਂ ਹੈ। ਨਾਮ ਹੀ ਸਭ ਤੋਂ ਵੱਡਾ ਹੈ। ਨਾਮ ਦੇ ਨਾਲ ਹੀ ਸਾਰਾ ਕੁਝ ਮਿਲਦਾ ਹੈ। ਸਿੱਧ ਗੋਸ਼ਟ ਵਿੱਚ ਮਹਾਰਾਜ ਨੇ ਹੀ ਬਚਨ ਕੀਤੇ ਨੇ ਕਿ ਨਾਮ ਦੇ ਨਾਲ ਹੀ ਜੋਗ ਦੀ ਪ੍ਰਾਪਤੀ ਹੁੰਦੀ ਹੈ। ਪਤਤ ਉਧਾਰੇ ਜਨ ਹਿਤ ਦੈਤ ਮਾਰੇ ਜਿਨ ਨਾਮ ਉਰ ਧਾਰੇ ਮੋਹ ਨਾਸ ਦੇਤ ਗਿਆਨ ਕੋ। ਸੋ ਪਤਤ ਜਿਹੜੇ ਹੋਏ ਸੀ ਉਹਨਾਂ ਦਾਸਾਂ ਦਾ ਉਧਾਰ ਨਾਮ ਨੇ ਕੀਤਾ, ਕਿਉਂਕਿ ਨਾਮ ਕਰਕੇ ਹੀ ਬੰਦੇ ਦਾ ਕਲਿਆਣ ਹੁੰਦਾ ਹੈ। ਫਿਰ ਦੈਂਤ ਮਾਰੇ ਜਿਨ੍ਹਾਂ ਨੇ ਦੈਂਤ ਮਾਰੇ ਨੇ ਪਰਮੇਸ਼ਰ ਨੇ ਬੜੇ ਬੜੇ, ਨਾਮ ਔਰ ਧਾਰੇ ਮੋਹ ਨਾਸ਼। ਫਿਰ ਪ੍ਰਤੱਖ ਉਹਨਾਂ ਨੇ ਦੈਂਤ ਮਾਰੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਮੋਹ ਨੂੰ ਨਾਸ਼ ਕੀਤਾ। ਨਾਮ ਕਰਕੇ ਹਿਰਦੇ 'ਚ ਨਾਮ ਨੂੰ ਵਸਾ ਕੇ ਦੇਤ ਗਿਆਨ ਕੋ। ਨਾਮ ਹੀ ਗਿਆਨ ਦਿੰਦਾ ਬੰਦੇ ਦੇ ਅੰਦਰ। ਗਿਆਨ ਦਾ ਚਾਨਣ ਹੋਰ ਕਿਸੇ ਚੀਜ਼ ਨਾਲ ਨਹੀਂ ਹੁੰਦਾ, ਨਾਮ ਦੇ ਨਾਲ ਹੀ ਪ੍ਰਕਾਸ਼ ਹਿਰਦੇ 'ਚ ਹੁੰਦਾ ਹੈ। ਜਨਮੇ ਨ ਮਰੈ ਕਾਲ ਸਿਸ ਹੂੰ ਤੇ ਟਰੈ ਦੇਤ ਸਹਿਜ ਸਰੂਪ ਜਾਂ ਕੇ ਨਹੀਂ ਹੈ ਸਮਾਨ ਕੋ। ਇਸ ਕਰਕੇ ਨਾਮ ਜਪਣ ਵਾਲਾ ਬੰਦਾ ਜਿਹੜਾ ਨਾ, ਤੁਸੀਂ ਤਾਂ ਕਹਿੰਦੇ ਹੋ ਅਸੀਂ ਮੌਤ ਨੂੰ ਜਿੱਤ ਲਿਆ, ਅਸੀਂ ਕਹਿੰਦੇ ਜਨਮ ਨਾ ਮਰੈ, ਨਾ ਉਹ ਜੰਮਦਾ ਨਾ ਮਰਦਾ, ਕਾਲ ਸੀਸ ਤੋਂ ਟਲ ਜਾਂਦਾ ਉਹਦੇ। ਦੇਤ ਸਹਿਜ ਸਰੂਪ, ਜਿਹੜਾ ਅੰਦਰਲਾ ਸਹਿਜ ਸਰੂਪ ਆ ਉਹ ਮਿਲ ਜਾਂਦਾ। ਤੇ ਜਾਂ ਕੇ ਨਹੀਂ ਹੈ ਸਮਾਨ ਕੋ, ਜਿਹਦੇ ਬਰਾਬਰ ਹੋਰ ਕੋਈ ਨਹੀਂ। ਇਹ 5 ਤੱਤਾਂ ਦੀ ਦੇਹੀ ਥੈਲੀ ਗੰਦਗੀ ਦੀ ਕਿੰਨਾ ਕੁ ਚਿਰ ਲੰਬੀ ਕਰ ਲੇਗਾ? 2000 ਸਾਲ ਕਰ ਲੇਗਾ, 5000 ਸਾਲ ਕਰ ਲੇਗਾ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਈ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜਸ ਕੀਰਤ ਜਗ ਲੇ ਚੇਤਿਸ ਨਦਰ ਨਾ ਆਵਈ। ਤਾਂ ਬਾਤ ਨਾ ਪੁੱਛਿਆ ਕਿ ਇਸ ਕਰਕੇ ਉਮਰ ਲੰਬੀ ਕਰਕੇ ਮਲ ਮੂਤਰ ਦੀ ਦੇਹੀ ਤੋਂ ਛੁੱਟਿਆ ਨਹੀਂ ਜਾ ਸਕਦਾ। ਮਹਾਰਾਜ ਤਾਂ ਕਹਿੰਦੇ ਨੇ ਕਿ ਅਸੀਂ ਤਾਂ ਆਤਮਿਕ ਤੌਰ ਤੇ ਦੇਹੀ ਨਾਲੋਂ ਵੀ ਨਿਰਾਰੇ ਹੋ ਕੇ, ਦੇਹੀ ਨੂੰ ਛੱਡ ਕੇ, ਉਮਰ ਦੀ ਪ੍ਰਲਬਧ ਭੋਗ ਕੇ, ਉਮਰ ਨੂੰ ਭੋਗਣ ਤੋਂ ਬਾਅਦ ਸਦਾ ਲਈ ਆਤਮਾ ਅਮਰ ਹੋ ਜਾਂਦੀ ਹੈ, ਗੰਦਗੀ 'ਚੋਂ ਬਾਹਰ ਹੋ ਜਾਂਦੀ ਹੈ, ਬ੍ਰਹਮ ਗਿਆਨ 'ਚ ਜੀਵ ਚਲਿਆ ਜਾਂਦਾ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ, ਸੱਚਖੰਡ ਵਿਖੇ ਚਲਿਆ ਜਾਂਦਾ ਹੈ। ਨਾਮ ਬਿਨਾ ਸਾਧਨ ਜੇ ਤੋ ਪਦ ਬੰਧਨ ਹੈ, ਨਾਮ ਹੀ ਮੁਕੰਦ ਔਰ ਆਨ ਨ ਹੈ ਜਾਨ ਕੋ। ਸੋ ਜਿਹੜੀਆਂ ਪੈਰਾਂ ਨੂੰ ਬੰਨਣ ਵਾਲੀਆਂ ਬੇੜੀਆਂ ਹੁੰਦੀਆਂ, ਨਾਮ ਤੋਂ ਬਿਨਾ ਜਿੰਨੇ ਵੀ ਸਾਧਨ ਕਰਦੇ ਆ ਬੰਦੇ, ਇਹ ਬੇੜੀਆਂ ਲੱਗੀਆਂ ਪੈਰਾਂ ਨੂੰ, ਕੋਈ ਫਾਇਦਾ ਨਹੀਂ ਹੁੰਦਾ ਇਹਨਾਂ ਦਾ ਨਾਮ ਤੋਂ ਬਿਨਾ ਜੋ ਕਰਨਾ ਹੈ। ਕਿਉਂਕਿ ਨਾਮ ਹੀ ਮੁਕੰਦ, ਮੁਕੰਦ ਹੁੰਦਾ ਮੁਕਤੀ ਦਾ ਦਾਤਾ, ਮੁਕਤੀ ਦਾ ਦਾਤਾ ਹੈ ਨਾਮ। ਔਰ ਆਨ ਨਹਿ ਜਾਨ ਕੋ, ਹੋਰ ਕੋਈ ਮੁਕਤੀ ਦੇ ਨਹੀਂ ਸਕਦਾ ਨਾਮ ਤੋਂ ਬਿਨਾ। ਕਵਿਤਾ ਸਮਝੈ ਨਾ ਸਮਝਾਇਓ ਕੌਣ ਤੋ ਸੋ ਬਾਦ ਕਰ, ਐਸੇ ਕਹਿ ਸ਼ੰਭੂ ਨਾਥ ਮੇਰੇ ਪੈ ਸਿਧਾਇਓ ਹੈ। ਮਹਾਰਾਜ ਨੂੰ ਕਹਿਣ ਲੱਗਿਆ ਤੁਸੀਂ ਨਹੀਂ ਸਮਝ ਸਕਦੇ, ਸਮਝੈ ਨਾ ਸਮਝਾਇਓ ਕੌਣ ਤੋ ਸੋ ਬਾਦ ਕਰੈ। ਤੁਹਾਡੇ ਨਾਲ ਝਗੜਾ ਕਿਹੜਾ ਕਰੇ, ਤੁਸੀਂ ਨਹੀਂ ਸਮਝਾਇਆ ਸਮਝਦੇ। ਇਉਂ ਕਹਿ ਕੇ ਸ਼ੰਭੂਨਾਥ ਵਾਪਸ ਮੁੜ ਗਿਆ, ਸੁਮੇਰ ਪਰਬਤ ਤੇ ਵਾਪਸ ਹੀ ਚਲਿਆ ਗਿਆ। ਗੋਰਖ ਨ ਬੁਝੋ ਕੈਸੇ ਬੈਨ ਤੈਨ ਕਹੇ ਸੁਨ ਮਾਨੇ ਉਪਦੇਸ਼ ਕਿਦੋ ਮਨ ਮੈਨ ਨ ਲਿਆਇਓ ਹੈ। ਗੋਰਖ ਨੇ ਪੁੱਛਿਆ ਕਹੇ ਜੇ ਬਚਨ ਕੀਤੇ ਹਨ, ਕਹੇ ਜੇ ਸੁਣੇ ਨੇ, ਕੀ ਉਹਨਾਂ ਨੇ ਤੇਰਾ ਉਪਦੇਸ਼ ਮੰਨਿਆ ਜਾਂ ਫਿਰ ਉਹਨਾਂ ਨੇ ਉਪਦੇਸ਼ ਤੇਰੇ ਨੂੰ ਮਨ ਵਿੱਚ ਵਸਾਇਆ, ਲਿਆਂਦਾ ਕਿ ਨਹੀਂ ਕਿ ਤੇਰਾ ਉਪਦੇਸ਼ ਚੰਗਾ ਹੈ। ਨਾਥ ਸੁਨ ਔਰੀ ਬੌਰੀ ਬਾਤੇ ਹੈ, ਬਕਤ ਸੋ ਕੰਕ ਉਪਦੇਸ਼ ਨਹੀਂ ਮਾਨਤ ਮਨਾਇਓ ਹੈ। ਉਹ ਐਡਾ ਟੇਢਾ ਸੀ ਅੱਜ ਕੱਲ ਦੇ ਵਕੀਲਾਂ ਵਾਂਗੂ, ਜਿਹੜੇ ਉਹ ਆਪਣੇ ਹੋਰ ਵਕੀਲ ਨੇ, ਇੱਕ ਜਿਹੜੇ ਸਾਡੇ ਐਡਵੋਕੇਟ ਨੇ, ਇਹਨਾਂ ਦੀ ਗੱਲ ਨਹੀਂ ਕਰਦੇ। ਇੱਕ ਸਾਡੇ ਹੋਰ ਵਕੀਲ ਨੇ, ਜਿਹੜੀਆਂ ਫਾਈਲਾਂ ਜੀਆਂ ਤਿਆਰ ਕਰੀ ਫਿਰਦੇ ਹੁੰਦੇ ਨੇ, ਪ੍ਰਸ਼ਨ ਉੱਤਰ ਜੇ ਕਰਨ ਵਾਲੇ ਜਿਹੜੇ ਬਾਹਲੇ ਹੀ ਨੇ, ਇਹ ਉਹਦੀ ਔਲਾਦ ਆ ਸਾਰੇ ਸ਼ੰਭੂਨਾਥ ਦੀ। ਤੇ ਸ਼ੰਭੂਨਾਥ ਜਿਹੜਾ ਇਹ ਦੇਖੋ ਕਹਿੰਦਾ ਜਾ ਕੇ ਗੋਰਖ ਨੂੰ, ਕਹਿੰਦਾ ਨਾਥ ਸੁਣੋ ਤਾਂ ਔਰੀ ਬੌਰੀ ਗੱਲਾਂ ਕਰੀ ਜਾਂਦਾ, ਔਲੀਆਂ ਬੌਲੀਆਂ ਗੱਲਾਂ ਬਕਦਾ ਜੀ।
ਉਹਨੇ ਕਾਹਦਾ ਉਪਦੇਸ਼ ਮੰਨਣਾ? ਇਹ ਤਾਂ ਸਾਡੀ ਸੁਣਦੇ ਨਹੀਂ ਹੈ, ਪੁੱਠੀਆਂ ਗੱਲਾਂ ਕਰਦੇ ਨੇ, ਤੁਸੀਂ ਤਾਂ ਸਮਝਦੇ ਨਹੀਂ ਹੋ। ਸਾਨੂੰ ਵੀ ਇਹੀ ਕਹੀ ਜਾਂਦੇ ਨੇ ਵੀ ਇਹ ਜੀ ਸਮਝਦੇ ਨਹੀਂ ਆਏ, ਇਹ ਤਾਂ ਬੜੇ ਅੜੀਅਲ ਕਿਸਮ ਦੇ ਨੇ, ਸਾਡੀ ਗੱਲ ਨਹੀਂ ਮੰਨਦੇ। ਜੇ ਤੁਹਾਡੀ ਗੱਲ ਸੱਚੀ ਹੁੰਦੀ ਅਸੀਂ ਮੰਨ ਕੇ ਕਰਦੇ, ਤੁਹਾਡੇ ਨਾਲ ਮਿਲੇ ਹੁੰਦੇ। ਬਿਲਕੁਲ ਝੂਠ ਤੂਫਾਨ 'ਚ ਇਕੱਠਾ ਕਰੀ ਫਿਰਦੇ ਹੋ, ਨਾਲ ਆਪ ਨਰਕਾਂ ਨੂੰ ਜਾਓਗੇ, ਨਾਲ ਸਾਨੂੰ ਵੀ ਲਿਜਾਓਗੇ। ਫਿਰ ਅਸੀਂ ਤਾਂ ਕਹਿੰਦੇ ਛੱਡ ਦਿਓ ਸਾਰਾ ਕੁਝ, ਆ ਜਾਓ ਇੱਧਰ ਨੂੰ, ਇਹ ਫਾਈਲਾਂ ਰੱਖ ਦਿਓ, ਮਾਲਾ ਫੜ ਲਓ, ਨਿਤਨੇਮ ਕਰਿਆ ਕਰੋ ਪੂਰਾ, ਮਰਿਆਦਾ ਪੂਰੀ ਕਰ ਲਓ, ਤੁਹਾਡਾ ਭਲਾ ਹੋ ਜਾਏਗਾ। ਗੋਰਖ ਹਸਤ ਤਬ ਮੰਗਲ ਕੀ ਦੇਸ ਦੇਖ ਸਭੈ ਕੋ ਸੁਨਾਏ ਮੁਖ ਬਚਨ ਅਲਾਇਓ ਹੈ। ਗੋਰਖ ਨੂੰ ਤਾਂ ਅੰਦਰਲੀ ਗੱਲ ਦਾ ਪਤਾ ਸੀ, ਇਹ ਵੀ ਇਹਦਾ ਹੰਕਾਰ ਨਹੀਂ ਹਲੇ ਟੁੱਟਿਆ। ਗੋਰਖ ਜੀ ਮੰਗਲ ਵੱਲ ਦੇਖ ਕੇ, ਮੰਗਲਨਾਥ ਜੋ ਬ੍ਰਹਮ ਗਿਆਨੀ ਸੀ ਉਹਦੇ ਵੱਲ ਦੇਖ ਕੇ ਹੱਸਿਆ ਬੜਾ, ਤੇ ਸੁਣਾ ਕੇ ਬਚਨ ਕਿਹਾ। ਸਵਈਆ ਮੰਗਲਨਾਥ ਸੁਨੋ ਇਸ ਬੈਨ ਕੋ, ਕੂਰ ਕਹੈ ਕਿਦੋਂ ਸਾਚ ਅਲਾਈ। ਗੋਰਖ ਜੀ ਕਹਿਣ ਲੱਗੇ, ਮੰਗਲਨਾਥ ਜੀ ਸੁਣੋ ਇਹਦੇ ਬਚਨ, ਇਹ ਝੂਠ ਕਹਿੰਦਾ ਕਿ ਜਾਂ ਸੱਚ ਕਹਿ ਰਿਹਾ ਹੈ। ਭਗਤ ਹੋ ਤੁਮ ਔਰ ਵਿਧੀ ਹਮਕੋ ਵਿਦ ਜਾਨ ਹੈ, ਦੇਹੋ ਬਤਾਈ। ਤੁਸੀਂ ਕਿਸੇ ਹੋਰ ਢੰਗ ਨਾਲ ਕਹਿੰਦੇ ਹੋ ਜਾਂ ਹੋਰ ਕੋਈ ਵਿਧੀ ਦੱਸੀ ਹੈ, ਕਿਹੜੀ ਤਰ੍ਹਾਂ ਦੱਸੀ ਹੈ, ਇਹ ਮੈਨੂੰ ਵੀ ਦੱਸ ਦਿਓ। ਮੰਗਲ ਭਾਗਤ ਆਪਨੇ ਪੰਥ ਕੀ ਹੀਨਤਾ, ਕੈਸੇ ਕਹੀ ਨਹਿ ਜਾਈ। ਮੰਗਲਨਾਥ ਜੀ ਕਹਿਣ ਲੱਗੇ ਕਿ ਆਪਣੇ ਪੰਥ ਦੀ, ਜੋ ਆਪਣਾ ਪੰਥ ਹੈ ਸਿੱਧਾਂ ਦਾ, ਇਹਦੀ ਹੀਨਤਾ ਅਸਲ ਵਿੱਚ ਛੋਟੀ ਕਹੀ ਨਹੀਂ ਜਾ ਸਕਦੀ। ਸਾਚ ਕੋ ਕੂਰ ਕਹੈ ਜਗ ਜੇ ਨਰ, ਪੁੰਜ ਲਗੈ ਅਗ ਪੁੰਨ ਭਲਾਈ। ਜਿਹੜੇ ਸੱਚ ਨੂੰ ਝੂਠ ਕਹਿੰਦੇ ਨੇ, ਸੰਸਾਰ ਦੇ ਅੰਦਰ ਬੰਦੇ ਬਹੁਤ ਸਾਰੇ ਲੱਗੇ, ਉਹਨਾਂ ਨੂੰ ਬਹੁਤ ਸਾਰਾ ਫਿਰ ਸਾਰੇ ਹੀ ਪਾਪ ਲੱਗਦੇ ਨੇ, ਉਹਨਾਂ ਦੇ ਪੁੰਨ ਵੀ ਨਾਸ ਹੋ ਜਾਂਦੇ ਨੇ। ਕਿਉਂਕਿ ਗੱਲ ਸੱਚੀ ਜਿਹੜੀ ਆ, ਦੇਖੋ ਇੱਥੇ ਗੋਰਖ ਹੋਣੀ ਵੀ ਇਹੀ ਗੱਲ ਕਹਿ ਰਹੇ ਨੇ, ਔਰ ਮੰਗਲਨਾਥ ਹੋਣੀ ਵੀ। ਦੋਹਰਾ ਸਭ ਆਗਮ ਸਭ ਮਤ ਜਿਤੇ, ਭਾਖਤ ਸਭ ਹੈ ਪੁਰਾਨ। ਹੁਣ ਸਾਰੇ ਜਿੰਨੇ ਆ ਸ਼ਾਸਤਰ ਨੇ, ਉਹ ਸਾਰੇ ਜਿੰਨੇ ਨੇ ਪੁਰਾਣ ਆਦਿਕ ਨੇ, ਸਾਰੇ ਮਤ ਜਿੰਨਾ ਕੁਝ ਕਹਿੰਦੇ ਹਨ। ਸਾਚ ਸਮਾਨ ਨ ਪੁੰਨ ਕੋ, ਪਾਪ ਨ ਝੂਠ ਸਮਾਨ। ਕਿ ਸੱਚ ਦੇ ਬਰਾਬਰ ਕੋਈ ਪੁੰਨ ਨਹੀਂ ਹੈ, ਸੱਚ ਬੋਲੋ ਤਾਂ ਪੁੰਨ ਲੱਗਦਾ, ਪਾਪ ਨਾ ਝੂਠ ਸਮਾਨ। ਪਾਪ ਜਿਹੜਾ ਹੈ ਸਭ ਤੋਂ ਵੱਡਾ ਝੂਠ ਬੋਲਣਾ ਹੀ ਹੈ। ਕਵਿਤ ਕਹਿਓ ਨਾਹੀਂ ਕੈਸਾ ਉਹ ਹੈ, ਜੋ ਤੈਸਾ ਜੈਸਾ ਤੈਸਾ ਜਾਵੇ ਆਵੇ, ਗੋ ਨਿਕਟ ਤਬ ਦੇਖ ਲੀਜੈ ਤਾਹੀਂ ਕੋ। ਮੰਗਲਨਾਥ ਜੀ ਕਹਿਣ ਲੱਗੇ, ਮੈਂ ਤੁਹਾਨੂੰ ਦੱਸ ਤਾਂ ਦਿਆਂ ਕਿ ਗੁਰੂ ਨਾਨਕ ਦੇਵ ਜੀ ਕਹੇ ਜੇ ਨੇ, ਕਿਵੇਂ ਨੇ, ਪਰ ਮੈਂ ਤੁਹਾਡੇ ਮੂੰਹ ਤੇ ਹੁਣ ਜਿਹੜੇ ਆਪਣੇ ਸਿੱਧਾਂ ਦਾ ਪੰਥ ਹੈ ਇਹਦੀ ਨਰਾਦੇ ਨਹੀਂ ਕਰਨਾ ਚਾਹੁੰਦਾ। ਜਦੋਂ ਗੁਰੂ ਨਾਨਕ ਦੇਵ ਜੀ ਆਉਣਗੇ ਨਾ, ਕਹੋ ਨਾ ਕੈਸਾ, ਮੈਂ ਨਹੀਂ ਕਹਿੰਦਾ ਕਹੇ ਜੇ ਨੇ, ਉਹ ਹੈ ਸੋ ਜੈਸਾ ਤੈਸਾ, ਜਿਹੇ ਜਿਹੇ ਵੀ ਉਹ ਹੈਗੇ ਨੇ, ਜਦੋਂ ਆਪਣੇ ਕੋਲ ਆਉਣਗੇ ਨਾ ਤੇ ਤੁਸੀਂ ਉਹਨਾਂ ਨੂੰ ਆਪ ਹੀ ਦੇਖ ਲੈਣਾ ਫਿਰ ਵੀ ਉਹ ਕਹੇ ਜੇ ਹਨ। ਸ਼ੰਭੂਨਾਥ ਕ੍ਰੋਧ ਕਰ ਗੋਰਖ ਸੋ ਕਹੈ, ਇਹ ਗੋਫ ਪਖ ਰਾਖਤ ਸੋ ਨਾਨਕ ਕੇ ਰਾਹ ਕੋ। ਸ਼ੰਭੂਨਾਥ ਨੂੰ ਗੁੱਸਾ ਜਿਹਾ ਆ ਗਿਆ। ਸ਼ੰਭੂਨਾਥ ਹੁਣ ਗਿਆਨਵਾਨ ਨਹੀਂ ਹੈ, ਸ਼ੰਭੂਨਾਥ ਤਾਂ ਰਿੱਧੀਆਂ ਸਿੱਧੀਆਂ ਵਾਲਾ ਹੀ ਸੀ, ਵਿਕਾਰੀ। ਕਹਿਣ ਲੱਗਿਆ ਸ਼ੰਭੂਨਾਥ ਗੁੱਸੇ 'ਚ ਆ ਕੇ ਗੋਰਖ ਨੂੰ, ਇਹ ਦੇਖੋ ਜੀ ਗੋਪ ਹੁੰਦਾ ਗੁਪਤ ਪੱਖ ਕਰਦਾ ਅੰਦਰ ਗੁਰੂ ਨਾਨਕ ਦੇਵ ਜੀ ਦਾ, ਇਹ ਮੰਗਲਨਾਥ ਸਹੀ ਨਹੀਂ ਬੋਲਦਾ। ਜਨ ਜੇ ਵਡੇਰੋ ਆਬ ਚੇਲੋ ਜਾਏ ਹੋਵੇ, ਤਾਂ ਕੋ ਸਿੱਧ ਦੇਖਤ ਜਾਈ ਹਾਂ ਵਰਜਤ ਨਾਹੀਂ ਕੋ। ਕਹਿੰਦੇ ਜੇ ਇੰਨਾ ਹੀ ਪਿਆਰ ਆ ਗੁਰੂ ਨਾਨਕ ਸਾਹਿਬ ਨਾਲ, ਜਾ ਕੇ ਉਹਨਾਂ ਦਾ ਚੇਲਾ ਬਣ ਜਾ, ਇੱਥੇ ਕਿਉਂ ਬੈਠਾ? ਆ ਵੇਖ ਛੱਡਦੇ ਸਿੱਧਾਂ ਵਾਲਾ ਤੇ ਜਾ ਕੇ ਗੁਰੂ ਨਾਨਕ ਸਾਹਿਬ ਦਾ ਚੇਲਾ ਕਿਉਂ ਨਹੀਂ ਬਣ ਜਾਂਦਾ? ਹਉ ਤੋ ਦੇਖ ਲੀਨੋ ਜਾਏ ਭਲੀ ਵਿਦ ਬਾਦ, ਕਿਨੋ ਚੀਨੋ ਹਮ ਜੈਸੇ ਕਹਿਓ ਤੈਸੇ ਭੇਦ ਵਾਹੇ ਕੋ। ਉਹ ਕਹਿਣ ਲੱਗੇ ਸੀ ਤਾਂ ਦੇਖਿਆ ਜਾ ਕੇ ਪਹਿਲਾਂ, ਮੈਂ ਤਾਂ ਜਾ ਕੇ ਦਰਸ਼ਨ ਕਰਿਆ ਆ, ਚੰਗੀ ਤਰ੍ਹਾਂ ਉਹਨਾਂ ਦੇ ਨਾਲ ਵਿਚਾਰ ਕੀਤੀ ਹੈ। ਚੀਨਿਓ ਹਮ ਜੈਸੇ ਕਹਿਓ ਤੈਸੇ ਭੇਦ ਵਾਹੇ ਕੋ, ਜਿਵੇਂ ਅਸੀਂ ਭੇਦ ਤੈਨੂੰ ਦੱਸਿਆ ਨਾ, ਅਸੀਂ ਉਹਨਾਂ ਨੂੰ ਉਸੇ ਪ੍ਰਕਾਰ ਹੀ ਜਾਣਦੇ ਹਾਂ। ਮੰਗਲ ਕਹੈ ਤ ਸੁਨ ਸ਼ੰਭੂਨਾਥ, ਤੇਰੇ ਕਹੇ ਹੋ ਤ ਨਹਿ ਘਾਟ ਭਾਨ, ਉੱਲੂ ਜਿਵੇਂ ਜਾਣੇ। ਮੰਗਲਨਾਥ ਕਹਿ, ਸੁਣੋ ਸ਼ੰਭੂਨਾਥ, ਤੂੰ ਹੈਗਾ ਉੱਲੂ ਵਰਗਾ ਤੂੰ। ਜਦੋਂ ਸੂਰਜ ਚੜ੍ਹਦਾ ਨਾ
ਤੇ ਉੱਲੂ ਨੂੰ ਦਿਖਣੋਂ ਹਟ ਜਾਂਦਾ ਉਦੋਂ। ਤੇ ਉੱਲੂ ਕਹਿੰਦਾ ਨਾਲਦਿਆਂ ਨੂੰ, ਲੈ ਵੀ ਹੁਣ ਤਾਂ ਹਨੇਰਾ ਹੋ ਗਿਆ, ਸੌਂਦੇ ਆ ਬਈ ਹੁਣ ਤਾਂ। ਹੁਣ ਸੁਣ, ਸੂਰਜ ਕਹਿੰਦੇ ਚੜ ਗਿਆ, ਕਹਿੰਦੇ ਸੂਰਜ ਤਾਂ ਹੁੰਦਾ ਹੀ ਨਹੀਂ। ਉੱਲੂ ਕਦੇ ਮੰਨਦਾ ਵੀ ਸੂਰਜ ਹੁੰਦਾ, ਤੇ ਤੂੰ ਤਾਂ ਉਹ ਹੈ, ਤੇਰੇ ਕਹੇ ਹੋਤ ਨਹਿ ਘਾਟ, ਤੇਰੇ ਕਿਹਾ ਗੁਰੂ ਨਾਨਕ ਸਾਹਿਬ ਦੀ ਕਿਤੇ ਸ਼ੋਭਾ ਘਟ ਜਾਣੀ ਹੈ। ਤੈਨੂੰ ਪਤਾ ਨਹੀਂ, ਵਾਸਤਾ ਨਹੀਂ, ਇੱਥੇ ਹੰਕਾਰ ਹੀ ਚੁੱਕੀ ਫਿਰਦਾ ਆਪਣੇ ਚ। जोगी जोग नाही होए भल ताको बुरे भाखे बूझा देख सिद्धन को कैसे बखाने। ਸੋ ਇਸ ਕਰਕੇ ਗੱਲ ਇਹ ਹੁੰਦੀ ਆ, ਸਾਰੇ ਸਿੱਧ ਜਾ ਕੇ ਆਏ ਨੇ, ਸਾਰਿਆਂ ਨੂੰ ਪੁੱਛ, ਜੋਗੀ ਜੋਗ ਨਾਹੀ, ਜੋਗੀ ਨੂੰ ਜੋਗ ਨਹੀਂ ਇਹ ਗੱਲਾਂ ਕਹਿਣੀਆਂ। ਹੋਏ ਭਲੋ ਤਾਂ ਕੋ ਬੁਰਾ ਭਾਖੇ, ਹੁਣ ਬੁਰਾ ਭਾਖਦਾ ਗੁਰੂ ਨਾਨਕ ਸਾਹਿਬ ਨੂੰ, ਜਾਂ ਦੂਜਿਆਂ ਨੂੰ ਪੁੱਛ ਜਾ ਕੇ ਜੋਗੀਆਂ ਨੂੰ, ਇਹ ਗੁਰੂ ਨਾਨਕ ਸਾਹਿਬ ਦੀ ਅਵਸਥਾ ਕਿੱਡੀ ਹੈ। चेले होए बार बार गहिया रे नारता की संत आगे संत ने वह चोर चोर मानिए। ਕਹਿੰਦੇ ਚੇਲੇ ਹੋਈਏ ਗੁਰੂ ਨਾਨਕ ਦੇ ਬਾਰ-ਬਾਰ ਭਾਗਾਂ ਨਾਲ, ਤੇਰੇ ਵਰਗੇ ਨਹੀਂ। ਜੇ ਤੂੰ ਕਹਿੰਦਾ ਚੇਲਾ ਬਣਨਾ, ਮੈਂ ਤਾਂ ਜਨਮਾਂ ਜਨਮਾਂ 'ਚ ਗੁਰੂ ਨਾਨਕ ਦਾ ਹੀ ਚੇਲਾ ਬਣੂੰਗਾ, ਮੈਂ ਨਹੀਂ ਬਣਦਾ ਹੋਰ ਕਿਸੇ ਦਾ ਚੇਲਾ। ਉਹਨੇ ਕਹਿ ਦਿੱਤਾ, ਗੋਰਖ ਨੂੰ ਵੀ ਪਤਾ ਹੈ ਕਿ ਕਿੱਡੇ ਵੱਡੇ ਨੇ। ਮੈਂ ਤਾਂ ਗਹੀਆ ਰੇ ਨਾਰ, ਤਾਂ ਕਿ ਮੈਂ ਤਾਂ ਜਾ ਕੇ ਨਾ ਗੁਰੂ ਨਾਨਕ ਦੇਵ ਦੀ ਚਰਨ ਧੂੜੀ ਲੈਣੀ ਆ। ਮੈਂ ਤਾਂ ਪਹਿਲਾਂ ਵੀ ਲੈ ਕੇ ਆਇਆ, ਪਰ ਇੱਕ ਗੱਲ ਆ, ਬੜੀ ਨਤਾਰੇ ਦੀ ਗੱਲ ਕਹੀ ਆ ਮੰਗਲਨਾਥ ਨੇ। ਕਹਿੰਦਾ ਸੰਤ ਆਗਾ ਸੰਤ ਨੇ ਮੈਂ ਚੋਰ ਚੋਰ ਮੰਨਦੀ। ਉਹ ਕਹਿੰਦਾ ਸੰਤਾਂ ਮੂਹਰੇ ਸੰਤ ਹੀ ਨਿਆਉਂਦੇ ਹੁੰਦੇ ਆ, ਤੇਰੇ ਵਰਗੇ ਚੋਰ ਨੇ ਜਾ ਕੇ ਉੱਥੇ ਕਿੱਦਾਂ ਬਣਾ। ਤੂੰ ਤੇ ਚੋਰਾਂ ਦੇ ਮੂਹਰੇ ਨਿਵਣ ਵਾਲਾ ਹੈ, ਸੰਤਾਂ ਮੂਹਰੇ ਸੰਤ ਨਿਵਦੇ। ਬੜੇ ਪਤੇ ਦੀ ਗੱਲ ਹੈ ਇਹ। ਤੇ ਜੇ ਕਿਸੇ ਦੀ ਅਵਸਥਾ ਹੁੰਦੀ, ਉਹ ਅਵਸਥਾ ਵਾਲੇ ਨੂੰ ਪਛਾਣ ਲੈਂਦਾ, ਉਹ ਨਿਮਦੇ ਇੱਕ ਦੂਜੇ ਨੂੰ। ਜਿਹੜੇ ਦੂਜੇ ਹੁੰਦੇ ਨੇ ਖਰੌੜੇ ਖਾਣੇ ਜੇ, ਇਹ ਇੱਕ ਦੂਜੇ ਨੂੰ ਨਿਵੀ ਜਾਂਦੇ ਨੇ, ਕਹਿੰਦੇ ਵੀ ਉਹ ਬੜਾ ਵਧੀਆ ਫਲਾਨਾ, ਉਹ ਪੀਂਦਾ ਵੀ ਆ, ਉਹ ਖਾਂਦਾ ਵੀ ਆ, ਉਹ ਉਹਦੇ ਮੂਹਰੇ ਨਿਵੀ ਜਾਂਦੇ ਜਾ ਜਾ ਕੇ। ਅੱਜ ਮੈਂ ਇੱਕ ਹੈਗੇ ਨੇ ਇਹ ਜੇ ਟੇਢੇ ਜੇ ਬਾਹਲੀ ਸ਼ਰਾਬ ਪੀਂਦਾ, ਉਹ ਕਹਿੰਦੇ ਬ੍ਰਹਮ ਗਿਆਨੀ ਹੈ, ਤਾਂ ਸ਼ਰਾਬ ਬਾਹਲੀ ਪੀਣ ਵਾਲੇ ਨੂੰ ਨਹੀਂ ਨਹਾਉਂਦਾ, ਕਹਿੰਦੇ ਇਹ ਤਾਂ ਉਹ ਬਹੁਤ ਉੱਚੀ ਅਵਸਥਾ ਇਹਨਾਂ ਦੀ। ਤਾਂ ਇਸ ਪ੍ਰਕਾਰ ਬੜੀ ਪਤੇ ਦੀ ਚੀਜ਼ ਹੈ ਕਿ ਸੰਤ ਆਗੇ ਸੰਤ ਨਿਵੈ, ਚੋਰ ਚੋਰ ਮੰਨਦੀਆਂ। ਚੋਰ ਚੋਰ ਨੂੰ ਮੰਨਦਾ, ਸੰਤ ਸੰਤ ਨੂੰ ਮੰਨਦਾ। ਮੂਰਖ ਹੋਵੇ ਸੋ ਸੁਣੈ ਮੂਰਖ ਕਾ ਕਹਿਣਾ। ਮੂਰਖ ਬੰਦਾ ਮੂਰਖ ਦੀ ਉਹੀ ਕਹੀ ਗੱਲ ਸੁਣਦਾ। ਜੇ ਮੂਰਖ ਨੂੰ ਕੋਈ ਸਿਆਣਾ ਗੱਲਾਂ ਸੁਣਾਉਣ ਲੱਗ ਜੇ, ਮੂਰਖ ਕਹਿੰਦਾ ਇਹ ਤਾਂ ਜਬਲੀਆਂ ਮਾਰੀ ਜਾਂਦਾ। ਤੇ ਜੇ ਉਹਨੂੰ ਮੂਰਖ ਮਿਲ ਜੇ ਮੂਹਰੋਂ ਮੂਰਖਾਂ ਵਾਲੀਆਂ ਗੱਲਾਂ ਕਰਨ ਵਾਲਾ, ਫਿਰ ਬੜਾ ਖੁਸ਼ ਹੁੰਦਾ। ਆਹ ਗੱਲ ਕੀਤੀ ਵਧੀਆ। ਸੋ ਇਸ ਕਰਕੇ ਮੂਰਖਾਂ ਵਾਲੀਆਂ ਗੱਲਾਂ, ਜਿਵੇਂ ਕੋਈ ਮਹਾਰਾਜ ਕਹਿੰਦੇ ਮੂਰਖ ਹੋਵੇ ਸੋ ਸੁਣੈ ਮੂਰਖ ਕਾ ਕਹਿਣਾ। ਮੂਰਖ ਆਦਮੀ ਨੂੰ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਮੂਰਖਾਂ ਦਾ ਕਿਹਾ ਹੋਇਆ ਉਹ ਜਾ ਕੇ ਸੁਣਦਾ। ਉਹ ਸੰਤਾਂ ਮਹਾਤਮਾ ਕੋਲ ਨਹੀਂ ਬਹਿੰਦਾ, ਕਿਉਂਕਿ ਉਹ ਸਾਰਾ ਦਿਨ ਨਿੰਦਾ ਕਰਦਾ, ਔਰ ਜਿਹੜੇ ਮੂਰਖ ਲੋਕ ਉਹਨਾਂ ਕੋਲ ਜਾ ਕੇ ਬੈਠਦਾ। ਤਾਂ ਤੇ ਸਤਿਗੁਰੂ ਮਹਾਰਾਜ ਐਸਾ ਵਾਕ ਕਹਿੰਦੇ ਨੇ, ਹੋਏ ਜੋ ਹੰਕਾਰੀ ਮਨ ਨਿਵੈ ਨਾ ਵਿਕਾਰੀ ਕਬ ਐਸੀ ਬਾਤ ਕੀਏ ਜੋਗ ਪੂਰੋ ਨਾ ਪਛਾਨੀਏ। ਇਹ ਤੇ ਹੁਣ ਮੰਗਲਨਾਥ ਕਹਿ ਰਿਹਾ ਉਸ ਨੂੰ, ਸ਼ੰਭੂਨਾਥ ਨੂੰ, ਕਹਿੰਦਾ ਹੋਏ ਜੋ ਹੰਕਾਰੀ ਮਨ ਨਿਵੈ ਨਾ ਵਿਕਾਰੀ ਕਬ। ਜਿਹੜਾ ਬੰਦਾ ਹੁੰਦਾ ਨਾ ਹੰਕਾਰੀ ਵਿਕਾਰੀ, ਉਹਦਾ ਮਨ ਨਹੀਂ ਕਦੇ ਨਿਮਦਾ ਹੁੰਦਾ। ਮਤਾ ਆਖ ਵੀ ਮੈਂ ਨਿਮ ਜਾਵਾਂਗਾ। ਐਸੀ ਬਾਤ ਕੀਏ ਜੋਗ ਪੂਰੋ ਨਾ ਪਛਾਨੀਏ। ਜਿਹੜੇ ਬੰਦੇ 'ਚ ਹੰਕਾਰ ਹੈ, ਵਿਕਾਰ ਹੈ, ਜੇ ਉਹਨੂੰ ਕਹੀਏ ਜੋਗੀ ਹੈ, ਕਾਹਦਾ ਜੋਗੀ ਆ? ਉਹਨੂੰ ਅਸੀਂ ਨਹੀਂ ਜੋਗੀ ਮੰਨਦੇ। ਹਾਂ ਕਵੇਤਾ ਸ਼ੰਭੂਨਾਥ ਲੱਜਤ ਹਵੈ ਸੱਜਣ ਸੋ ਬੂਝੈ ਤਬ ਕੈਸੀ ਵਿਦ ਦੇਖਾ ਤੁਮ ਸਭ ਹੀ ਬਤਾ ਦੀਏ। ਹੁਣ ਸ਼ੰਭੂਨਾਥ ਦੀ ਜਦੋਂ ਚੰਗੀ ਝਾੜ ਝੰਡ ਹੋਈ ਨਾ, ਫਿਰ ਸ਼ਰਮ ਆ ਗਈ ਉਹਨੂੰ। ਹੁਣ ਦੂਜਿਆਂ ਸਿੱਧਾਂ ਵਿੱਚ ਜਾ ਕੇ ਪੁੱਛਣ ਲੱਗਿਆ, ਕਿਉਂ ਬਈ ਤੁਸੀਂ ਗੁਰੂ ਨਾਨਕ ਦੀ ਨੂੰ ਕਿਹਾ ਜਾਂ ਦੇਖਿਆ, ਤੁਸੀਂ ਵੀ ਦੱਸੋ। ਫਿਰ ਮੇਰੀ ਤਾਂ ਮੰਗਲਨਾਥ ਜੀ ਨੇ ਬਹੁਤ ਜਿਹੜੀ ਆ ਉਹ ਬਹੁਤ ਜ਼ਿਆਦਾ ਬੇਇੱਜ਼ਤੀ ਕਰ ਦਿੱਤੀ ਹੈ। ਗੋਰਖ ਕਹਿਤ ਤੁਮ ਰਾਰ ਪਾਈ ਘਰ ਮਾਹੇ ਹਾਰ ਆਏ ਤਾਂ ਤੇ ਨਹਿ ਬਾਦ ਕੋ ਅਲਾਈਏ। ਗੋਰਖ ਕਹਿਣ ਲੱਗਾ ਚੁੱਪ ਕਰਕੇ ਬਹਿ ਜਾ ਓਏ ਸ਼ੰਭੂਨਾਥ, ਘਰ 'ਚ ਲੜਾਈ ਪਾਈ ਜਾਂਦਾ ਸਾਰਿਆਂ ਨਾਲ, ਹਾਰ ਕੇ ਆਪ ਆ ਗਿਆ ਤੇ ਇੱਥੇ ਆ ਕੇ ਹੁਣ ਸਾਡੇ 'ਚ ਵੀ ਝਗੜਾ ਖੜਾ ਕਰੀ ਜਾਂਦਾ। ਤੈਨੂੰ ਅਕਲ ਤਾਂ ਹੈ ਨਹੀਂ ਕਿਸੇ ਗੱਲ ਦੀ। ਜੇ ਤੂੰ ਉੱਥੇ ਜਾ ਕੇ ਹੰਕਾਰੀ ਹੋ ਕੇ ਆ ਕੇ ਨਿਮ ਕੇ ਆਇਆ। ਗੋਰਖ ਨੇ ਵੀ ਝਾੜ ਕਰਕੇ ਚੁੱਪ ਕਰਕੇ ਬਿਠਾਇਆ। ਕਾਹੂ ਕੀ ਸਰੀਕਤ ਨ ਕੀਜੈ ਮਨ ਮਾਨ ਧਾਰ ਤੋਤ ਲੱਗ ਹੋਏ ਜਾਏ ਤਾਹੀਂ ਕੋ ਹਟਾਈਏ। ਇਸ ਕਰਕੇ ਕਹਿੰਦੇ ਨੇ ਕਿਸੇ ਗੱਲ ਦੀ ਸ਼ਰੀਕਤ ਨਾ ਕਰ, ਮਨ ਦੇ ਅੰਦਰ ਹੰਕਾਰ ਕਰਕੇ, ਮਨ ਦੇ ਅੰਦਰ ਹੰਕਾਰ ਧਾਰ ਕੇ
ਤੋ ਤੇ ਲੱਗ ਹੋਏ ਜਾਏ ਤਾਹੀਂ ਕੋ ਹਟਾਈਏ। ਜਿਹੜਾ ਆਪ ਤੋਂ ਛੋਟਾ ਹੋਵੇ ਉਹਨੂੰ ਜਾ ਕੇ ਤਾਂ ਹਟਾਈਏ, ਪਰ ਜੇ ਕੋਈ ਵੱਡਾ ਹੋਵੇ ਉਹਨੂੰ ਨਿਮ ਜਾਈਏ। ਉਹਦੇ ਅੱਗੇ ਤੈਨੂੰ ਨਿਮਣਾ ਚਾਹੀਦਾ ਸੀ। ਤੁਮ ਤੇ ਬਸਾਲ ਜੀ ਤਲੀਨੇ ਤਾਤ ਕਾਲ ਤਿਨ ਆਪ ਲੋ ਨਾ ਜਾਨੋ ਔਰ ਕੈਸੇ ਕਹਿ ਜਨਾਈਏ। ਤੁਮ ਤੇ ਵਿਸਾਲ ਜੀਤ ਲੀਨੇ ਤਾਤ ਕਾਲ ਤਿਨ, ਉਹ ਤੂੰ ਕੀ ਚੀਜ਼ ਹੈ ਸ਼ੰਭੂਨਾਥ? ਤੇਰੇ ਤੋਂ ਕਿੰਨੇ ਵੱਡੇ ਵੱਡੇ ਸਿੱਧ ਗਏ ਨੇ, ਸਾਰੇ ਗੁਰੂ ਨਾਨਕ ਸਾਹਿਬ ਨੇ ਜਿੱਤ ਲਏ ਨੇ, ਤੂੰ ਉਹਨਾਂ ਨੂੰ ਜਿੱਤ ਸਕਦਾ ਕਿਤੇ? ਆਵਲਾ ਉਹਨਾਂ ਜਾਣੇ ਔਰ ਕੈਸੇ ਕਹਿ ਜਨਾਈਏ। ਹੁਣ ਤੱਕ ਤੂੰ ਜਾਣਿਆ ਨਹੀਂ ਉਹਨਾਂ ਨੂੰ, ਤੈਨੂੰ ਹੁਣ ਕਿਵੇਂ ਕਹਿ ਕੇ ਜਣਾਈਏ। ਕਵੇਤਾ ਸਿੱਧ ਸਾਧੂ ਕੋ ਬਾਤ ਐਸੀ ਕਰੀ ਚਾਹੀ, ਜੋ ਉੱਚਾ ਸਭ ਜਾਣ ਨੀਚੋ ਆਪ ਮਾਨ ਕੀਜੀਏ। ਸੋ ਇਸ ਕਰਕੇ ਸਿੱਧ ਨੂੰ ਚਾਹੀਦਾ ਤੇ ਸਾਧੂ ਮਹਾਤਮਾ ਨੂੰ ਚਾਹੀਦਾ, ਸਿੱਧ ਸਾਧੂ ਕੋ ਬਾਤ ਐਸੀ ਕਰੀ ਚਾਹੀਏ, ਇਹੀ ਜੀ ਗੱਲ ਕਰਨੀ ਚਾਹੀਦੀ ਦੋਨਾਂ ਨੂੰ, ਜੋ ਉੱਚਾ ਸਭ ਜਾਣੈ ਨੀਚੋ ਆਪ ਮਨ ਕੀਜੀਏ। ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣੇ, ਦੂਜਿਆਂ ਨੂੰ ਉੱਚਾ ਜਾਣੇ, ਉਹਨੂੰ ਸਿੱਧ ਸਾਧ ਕਹੀਦਾ। ਤੂੰ ਤਾਂ ਦੂਜਿਆਂ ਨੂੰ ਸਮਝਦਾ ਹੀ ਕੱਖ ਨਹੀਂ ਹੈ। ਹੋ ਹੀ ਗਿਆਨੀ ਧਿਆਨੀ ਬਾਟ ਗੁਨੀ ਹਉ ਸੋ ਜਾਨੀ, ਜੋ ਐਸੇ ਮਨ ਮਾਨੀ ਸੋ ਤਿਆਗ ਮਤ ਦੀਜੀਏ। ਇਹ ਬੰਦਾ ਕਹੇ ਵੀ ਮੈਂ ਹੀ ਗਿਆਨੀ ਆ, ਮੈਂ ਹੀ ਧਿਆਨੀ ਆ, ਮੈਂ ਹੀ ਵੱਡੇ ਗੁਣਾ ਵਾਲਾ, ਮੈਂ ਹੀ ਸੁਜਾਨ ਆ, ਜਿਹੜਾ ਇਹ ਜੇ ਮਨਮਾਨੀ ਕਰਦਾ, ਉਹ ਜਿਹੜੀ ਮੱਤ ਤੇਰੇ ਅੰਦਰ ਨਾ ਮਨਮਾਨੀਆਂ ਵਾਲੀ, ਗਿਆਨੀ ਧਿਆਨੀਆਂ ਵਾਲੀ, ਛੱਡ ਦੇ ਇਹਨੂੰ। ਇਹੋ ਜਿਹੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਸੰਤ ਸਾਧ ਦੀਰਘ ਹੈ ਦੀਰਘ ਤੇ ਦੀਰਘ ਹੈ, ਮਾਨ ਕੋ ਵਧਾਰੀ ਸੋ ਨਰੰਜਨ ਲਹੀਜੀਏ। ਤੈਨੂੰ ਪਤਾ ਕਿ ਸੰਤ ਤੇ ਸਾਧੂ ਬਹੁਤ ਵੱਡੇ ਹੁੰਦੇ ਨੇ। ਦੀਰਘ ਤੇ ਦੀਰਘ ਹੈ, ਸੰਤ ਸਾਧੂ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਵੱਡੇ ਤੋਂ ਵੱਡੇ ਪਏ ਨੇ। ਇਸ ਕਰਕੇ ਆਪਣਾ ਮਾਣ ਦੂਰ ਕਰਦੇ। ਉਹ ਜਿਹਦੇ ਤੋਂ ਗਿਆ ਸੀ ਨਾ, ਉਹ ਨਿਰੰਜਨ ਆਪ ਆਇਆ। ਨਿਰਅੰਜਨ, ਅੰਜਨ ਹੁੰਦਾ ਸੁਰਮਾ ਤੇ ਨਿਰਅੰਜਨ ਹੁੰਦਾ, ਸੁਰਮਾ ਹੁੰਦਾ ਕਾਲਾ, ਕਾਲੀ ਹੁੰਦੀ ਮਾਇਆ। ਉਹ ਨਿਰਅੰਜਨ ਹੈ, ਮਾਇਆ ਕਾਲਖ ਤੋਂ ਰਹਿਤ ਹੈ। ਉਹ ਜਿਹੜਾ ਨਿਰੰਜਨ ਸਾਨੂੰ ਸਮਾਧੀ ਲਾ ਕੇ ਦਸਮ ਦੁਆਰ 'ਚ ਜਿਹਦੀ ਅੰਗੂਠੇ ਜਿੰਨੀ ਜੋਤ ਦਿਖਦੀ ਆ ਨਾ, ਆਸਾ ਦੀ ਵਾਰ 'ਚ ਵੀ ਦੱਸਿਆ ਹੋਇਆ ਮਹਾਰਾਜ ਨੇ, ਉਹ ਹੈ ਜੋਤ ਨਿਰੰਜਨੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸੁਨੇ ਪਰ ਗੁਣ ਨਹੀਂ ਕੀਜੈ ਮਤ ਸਾਰ, ਮਨ ਤਾਂ ਕੋ ਜਸ ਆਗਨ ਮੈਂ ਤਨ ਨਾ ਫੁਕੀਜੀਏ। ਮਹਾਰਾਜ ਕਹਿੰਦੇ ਹੁਣ ਪਰਾਏ ਬੰਦੇ ਦਾ ਗੁਣ ਸੁਣ ਕੇ ਸੜਨਾ ਨਹੀਂ ਚਾਹੀਦਾ ਬੰਦੇ ਨੂੰ, ਔਰ ਤਾਂ ਕੋ ਜਸ ਅਗਨ ਮੈਂ ਤਨ ਨਾ ਫੁਕੀਜੀਏ। ਤੇ ਉਹਦੇ ਜਸ ਦੇ ਵਿੱਚ ਫਿਰ ਸਰੀਰ ਨੂੰ ਸਾੜਨਾ ਨਹੀਂ ਚਾਹੀਦਾ ਕਿ ਉਹਦਾ ਜਸ ਹੋ ਰਿਹਾ, ਉਹਦਾ ਗੁਣ ਹੋ ਰਿਹਾ, ਮੇਰੀ ਵਡਿਆਈ ਨਹੀਂ ਹੋ ਰਹੀ। ਆਪਣੇ 'ਚ ਗੁਣ ਪੈਦਾ ਕਰੋ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਇ ਕਰੇ। ਸਵਈਆ ਹੋਏ ਗਇਓ ਤਬ ਗੋਰਖ ਤੂਸਨ, ਬੈਨ ਸੁਨੇ ਸ਼ੰਭੂਨਾਥ ਲਜਾਵਾ। ਗੋਰਖ ਜੀ ਚੁੱਪ ਹੋ ਗਏ ਤੇ ਸ਼ੰਭੂਨਾਥ ਸ਼ਰਮਸਾਰ ਹੋ ਗਿਆ। ਜੋਰ ਸੁਭਾਵ ਕਵੀ ਚਰਿਤੈ ਮਨ ਜਾਗਤ ਭਾਨਹਿ ਬੈਨ ਅਲਾਵਾ। ਜਿਹੜਾ ਗੁੱਸੇ ਦੇ ਵਿੱਚ ਸੜਿਆ ਪਿਆ ਸੀ, ਮਨ ਜਲਿਆ ਪਿਆ ਸੀ, ਚੁੱਪ ਹੋ ਗਿਆ। ਮੰਗਲਨਾਥ ਬੜੋ ਵਿਗਸਾ ਤਬ ਭਾਨ ਉਗੇ ਜਿਵ ਕੰਜ ਸੁਹਾਵਾ। ਮੰਗਲਨਾਥ ਬੜਾ ਹੱਸਿਆ ਉਸ ਵਕਤ ਬ੍ਰਹਮ ਗਿਆਨੀ, ਜਿਵੇਂ ਸੂਰਜ ਚੜ੍ਹਨ ਨਾਲ ਕਮਲ ਖਿੜਦਾ ਹੈ। ਸ੍ਰੀ ਗੁਰੂ ਨਾਨਕ ਭੇਦ ਜਾਣਤ ਦੇਖ ਹਸੀ ਕਰ ਹੈ ਮੁਸਕਾਵਾ। ਜਿਹੜਾ ਗੁਰੂ ਨਾਨਕ ਦੇਵ ਜੀ ਦੇ ਭੇਦ ਨੂੰ ਜਾਣਦਾ ਸੀ, ਉਹ ਹੱਸ ਕੇ ਬੜਾ ਬਹੁਤ ਹੱਸਿਆ, ਫਿਰ ਮੁਸਕਰਾਇਆ। ਕਵਿਤ ਗੋਪੀ ਚੰਦ ਭਾਖੈ ਸੁਨੋ, ਮੰਗਲ ਮਹਾਨ ਜੋਗੀ, ਸਿੱਧ ਸਾਧੂ ਕੋ ਐਸੀ ਰੀਤ ਨਹੀਂ ਚਾਹੀਏ। ਸੋ ਉਸ ਵਕਤ ਗੋਪੀ ਚੰਦ ਜੀ ਕਹਿਣ ਲੱਗੇ, ਸੁਨੋ ਮੰਗਲ ਮਹਾਨ ਜੋਗੀ, ਸਿੱਧ ਸਾਧ ਨੂੰ ਇਹੋ ਜਿਹੀ ਰੀਤੀ ਨਹੀਂ ਕਰਨੀ ਚਾਹੀਦੀ। ਬੰਦਾ ਜੇ ਸਾਧ ਬਣੇ, ਸੰਤ ਬਣੇ, ਤਾਂ ਈਰਖਾ ਨਹੀਂ ਕਰਨੀ ਚਾਹੀਦੀ, ਲੜਨਾ ਨਹੀਂ ਚਾਹੀਦਾ। ਬੰਦੇ ਅੰਦਰ ਮਿਠਾਸ ਹੋਣੀ ਚਾਹੀਦੀ ਹੈ। ਆਪ ਤੋਂ ਵੱਡੇ ਨੂੰ ਦੇਖ ਕੇ ਈਰਖਾ ਨਹੀਂ ਕਰਨੀ, ਕਿਸੇ ਦਾ ਜਸ ਸੁਣ ਕੇ ਸੜਨਾ ਨਹੀਂ ਚਾਹੀਦਾ। ਸੰਤ ਜੋ ਅਤੀਤਤਾ ਕੀ ਨਿੰਦਾ ਕੋ ਬਖਾਨ ਕਰ, ਲੈ ਕੇ ਅਨਮੋਲ ਪਾਪ ਸੀਸ ਨਾ ਚੜਾਈਏ। ਸੰਤ ਜਿਹੜੇ ਮਹਾਤਮਾ ਹੁੰਦੇ ਨੇ, ਬ੍ਰਕਤ ਹੁੰਦੇ ਨੇ, ਉਹਨਾਂ ਦੀ ਨਿੰਦਾ ਕਰ ਕਰਕੇ ਐਵੇਂ ਹੀ, ਤੇ ਅਨਮੋਲੇ ਜਿਹੜੇ ਮਹਾਤਮਾ ਨੇ ਨਾ, ਉਹਨਾਂ ਦੇ ਜਿਹੜੇ ਫਿਰ ਐਵੇਂ ਖਾਮ ਖਾਂ ਗਲਤ ਗੱਲਾਂ ਬੋਲ ਕੇ ਸਿਰ ਤੇ ਬੰਦੇ ਨੂੰ ਨਾ ਪਾਪ ਨਹੀਂ ਚੜਾਉਣਾ ਚਾਹੀਦਾ। ਚਰਚਾ ਜੇ ਕੀਜੈ ਕ੍ਰੋਧ ਹਿਰਦੈ ਤੇ ਨਿਵਾਰ ਦੀਜੈ, ਸੁਭ ਵਾਕ ਸੁਨੈ ਸੁਭ ਤਾਹੇ ਕੋ ਸੁਨਾਈਏ। ਜੇ ਮਹਾਤਮਾ ਨਾਲ ਚਰਚਾ ਕਰਨੀ ਹੋਵੇ, ਗੁੱਸਾ ਛੱਡ ਕੇ ਕਰੇ, ਵਿਕਾਰਾਂ ਨੂੰ ਛੱਡ ਕੇ ਕਰੇ, ਮਿੱਠੇ ਸੋਹਣੇ ਵਾਕ ਬੋਲੇ।
ਨਰਾਦਰੀ ਨਾ ਕਰੇ ਉਹਦੀ, ਫੇਰ ਚੰਗਾ ਲੱਗਦਾ ਬੰਦਾ ਚਰਚਾ ਕਰਦਾ ਹੋਇਆ। ਆਵੈ ਹਰ ਹਾਰ ਕਰ ਨਿੰਦਾ ਕੋ ਉਚਾਰ, ਪੁਨ ਲਾਜ ਬਿਨ ਜੀਵੈ ਨਿਜ ਜੋਗ ਕੋਲ ਜਾਈਏ। ਉਥੋਂ ਹਾਰ ਕੇ ਆ ਗਿਆ, ਇੱਥੇ ਆ ਕੇ ਨਿੰਦਿਆ ਕਰੀ ਜਾਂਦਾ, ਫਿਰ ਲਾਜ ਬਿਨ ਜੀਵੈ ਨਿਜ ਜੋਗ ਕੋਲ ਜਾਈਏ। ਸ਼ਰਮ ਤੋਂ ਬਿਨਾਂ ਜਿਉਂਦਿਆਂ ਬੇਸ਼ਰਮ ਹੋ ਕੇ, ਤੇ ਫਿਰ ਆਪਣੇ ਜੋਗ ਦੀ ਸ਼ਰਮ ਚਾਹੀਦੀ, ਤੈਨੂੰ ਮੈਂ ਜੋਗੀ ਹਾਂ। ਸਵਈਆ ਮੰਗਲ ਨਾਥ ਕਹੈ ਸਤ ਭਾਖਤ, ਐਸੇ ਕਰੈ ਸਿਧ ਸਾਧਕ ਜੋਈ। ਮੰਗਲ ਨਾਥ ਜੀ ਕਹਿਣ ਲੱਗੇ, ਬਿਲਕੁਲ ਸੱਚ ਕਿਹਾ ਜੀ। ਗੋਰਖ ਜੀ ਨੂੰ ਕਹਿਣ ਲੱਗੇ ਵੀ ਜਿਹੜਾ ਹੁੰਦਾ ਨਾ, ਸਾਧ ਸਿੱਧ ਲੋਕ ਹੁੰਦੇ ਨੇ, ਉਹਨਾਂ ਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਹੋਏ ਨਿਰੰਜਨ ਕੀ ਕਰੁਣਾ ਤਬ ਭਾਵਤ ਜਾਂਗਤ ਔਰ ਨ ਕੋਈ। ਫਿਰ ਨਿਰੰਜਨ ਮਾਲਕ ਦੀ ਕਿਰਪਾ ਹੁੰਦੀ, ਫਿਰ ਕਲਿਆਣ ਪ੍ਰਾਪਤ ਹੁੰਦੀ, ਉਸ ਬੰਦੇ ਨੂੰ ਕਲਿਆਣ ਪਾਉਂਦਾ ਹੈ। ਮਨ ਰਹਿ ਮਨ ਮਾਨ ਕਨੋ ਨਹਿ ਜਾਣਤ ਆਨ ਸਮਾਨ ਜੇ ਹੋਈ। ਜੇ ਮਾਨ ਰਹਿ ਮਨ ਮਾਨ ਘਣੋ, ਬਹੁਤਾ ਜ਼ਿਆਦੇ ਹੰਕਾਰ ਹੀ ਕਰੀ ਫਿਰੇ, ਇਹ ਨਾ ਸਮਝ ਬਸ ਮੇਰੇ ਬਰਾਬਰ ਨਹੀਂ ਕੋਈ, ਮੇਰੇ ਬਰਾਬਰ ਨਹੀਂ ਕੋਈ, ਮੈਂ ਦੁਨੀਆ ਸਭ ਤੋਂ ਵੱਡਾ, ਫਿਰ ਬੰਦਾ ਮਾਰ ਖਾ ਜਾਂਦਾ। ਜੋਗਤਹੀਨ ਰਹਿ ਨਰ ਤੇ ਮਹਿਮਾਨ ਮਾਨ ਸੰਤਨ ਸੋਈ। ਇੱਕ ਤਾਂ ਜਿਹੜਾ ਹੰਕਾਰ ਕਰਨ ਨਾਲ ਜੋਗ ਤੋਂ ਹੀਣਾ ਹੋ ਜਾਂਦਾ ਬੰਦਾ, ਇੱਕ ਮਹਿਮਾ ਨਹੀਂ ਜਾਣਦਾ ਸੰਤਾਂ ਮਹਾਤਮਾ ਦੀ। ਕੀ ਪਤਾ ਕਿੱਥੇ ਵਰਤਦਾ, ਕੋਈ ਕਿਸੇ ਦਾ ਪਤਾ ਕਿੱਥੇ ਕਿ ਸਮਾਧੀ ਲੱਗੀ ਹੋਈ ਹੈ ਉਹਦੀ, ਆਪਾਂ ਨੂੰ ਕਿਸੇ ਦਾ ਵੀ ਨਹੀਂ ਪਤਾ। ਆਪਾਂ ਦੱਸ ਹੀ ਨਹੀਂ ਸਕਦੇ ਕਿਸੇ ਦੀ ਅਵਸਥਾ ਕਿੱਥੇ। ਬਾਹਰੋਂ ਆਪਾਂ ਅੰਦਾਜ਼ੇ 'ਚ ਲਾਈ ਜਾਂਦੇ ਰਹਿੰਦੇ ਹਰੇਕ ਦੇ, ਕਿਸੇ ਨੂੰ ਕੋਈ ਨਹੀਂ ਜਾਣ ਸਕਿਆ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਰਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਨ ਜਾਣੈ ਮਨ ਕੋਏ। ਦੋਹਰਾ ਇਸ ਵਿਦ ਕਰਤ ਸੁਮੇਰ ਪਰ, ਸਰਬ ਸਿੱਧ ਮਿਲਵਾਦ। ਇਸ ਤਰ੍ਹਾਂ ਸੁਮੇਰ ਪਰਬਤ ਦੇ ਉੱਤੇ ਸਾਰੇ ਸਿੱਧ ਮਿਲ ਕੇ ਚਰਚਾ ਕਰਦੇ ਨੇ। ਭਇਓ ਇਤਿਹਾਸ ਪੂਰਨ ਅਵੈ, ਸ੍ਰੀ ਸਤਿਗੁਰ ਪ੍ਰਸਾਦ। ਭਇਓ ਧਿਆਏ ਪੂਰਨ ਅਵੈ, ਕਹਿੰਦੇ ਇਹ ਜਿਹੜਾ ਇਤਿਹਾਸ ਸੀ ਨਾ 62ਵਾਂ, ਇਹ ਸਤਿਗੁਰੂ ਦੀ ਕਿਰਪਾ ਨਾਲ ਇੱਥੇ ਸੰਪੂਰਨ ਹੋ ਗਿਆ। ਕੱਲ ਨੂੰ 63ਵਾਂ ਧਿਆਏ ਅੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ। ਫਿਰ ਗੁਰੂ ਸਾਹਿਬ ਨਾਲ ਚਰਚਾ ਥੋੜ੍ਹੀ ਹੋਵੇਗੀ ਹੁਣ ਉੱਥੇ ਪਹੁੰਚ ਕੇ, ਔਰ ਮਹਾਰਾਜ ਦੇ ਫਿਰ ਪਰਖਾਂ ਵੀ ਲੈਣਗੇ, ਕਿਉਂਕਿ ਹਲੇ ਸਿੱਧਾਂ ਨੂੰ ਪੂਰੀ ਤਸੱਲੀ ਨਹੀਂ ਹੋਈ। ਅਖੀਰ ਜਾ ਕੇ ਫਿਰ ਮਹਾਰਾਜ ਚਰਨਾਂ ਡਿੱਗਣਗੇ। ਸਰਵਣ ਕਰਾਂਗੇ ਕੱਲ ਨੂੰ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ, ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਦਿੱਤੀ ਹੈ। ਸੋ ਸਾਨੂੰ ਮਿਹਨਤ ਕਰਨੀ ਚਾਹੀਦੀ, ਸਿਮਰਨ ਤੇ ਅਭਿਆਸ। ਜ਼ਿਆਦਾ ਅਭਿਆਸ ਕੀਤੀ ਗੱਲ ਬਣਦੀ ਹੈ। ਬਾਕੀ ਸਾਰੀਆਂ ਚੀਜ਼ਾਂ ਸਿਮਰਨ ਦੇ ਸਾਹਮਣੇ। ਅੱਜ ਸਵੇਰੇ ਸ਼ਬਦ ਆਇਆ ਤਾਂ ਸੀ ਬਈ ਸਾਰਾ ਕੁਝ ਜਿੰਨਾ ਮਰਜ਼ੀ ਕਰ ਲਓ, ਜਿੰਨਾ ਮਰਜ਼ੀ ਕਰ ਲਓ, ਕੁਛ ਨਹੀਂ ਹੈ, ਜ਼ੀਰੋ ਹੀ ਹੈ ਸਭ। ਸਿਰਫ ਸਿਮਰਨ ਹੀ ਵੱਡਾ, ਭਗਤੀ ਹੀ ਵੱਡੀ ਹੈ। ਇਹਦੇ ਤੋਂ ਬਿਨਾਂ ਹੋਰ ਸਾਡਾ ਕੁਝ ਵੀ ਨਹੀਂ ਬਣਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਉਂ ਬਖਸ਼ਿਸ਼ ਕਰਦੇ ਹਨ ਸਾਡੇ ਤੇ, ਜੋ ਜੋ ਉਪਦੇਸ਼ ਕਰਦੇ ਨੇ ਉਹ ਉਪਦੇਸ਼ ਆਪਾਂ ਨੂੰ ਮੰਨ ਕੇ ਕਮਾਉਣਾ ਚਾਹੀਦਾ ਹੈ। ਨਾਮ ਜਪੀਏ, ਵਾਹਿਗੁਰੂ 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 ਵਾਹਿਗੁਰੂ